अमृत हर का नाम, अमृत हर का नाम देवे दीखिया, देवे दीखिया। अमृत हर का नाम, अमृत हर का नाम देवे दीखिया, देवे दीखिया। वाहिगुरु 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 वाहिगुरु। ए देवे दीखिया, देवे दीखिया। आ शब्द पिछली शब्द चौंकी च असीं चालू कर दिता सी। ਹੁਣ ਇਹਦਾ ਪੂਰਾ ਗਿਆਨ ਲਾਂਗੇ। ਸ਼ਬਦ ਹੈ ਸਾਡੇ ਪਹਿਲੇ ਔਲੀਆ, ਪਹਿਲਾ ਪੈਗੰਬਰ ਔਰ ਗੁਰੂ ਬਾਬੇ ਨਾਨਕ ਦਾ ਸ਼ਬਦ ਹੈ। ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 728 7 to 8 ਪੰਨੇ ਦੇ ਉੱਤੇ ਸੂਹੀ ਮਹੱਲਾ ਪਹਿਲੇ ਦਾ ਸੀ। ਔਰ ਅਸੀਂ ਜੋ ਪੂਣੀ ਕੱਤੀ ਆ ਰਹੇ ਹਾਂ, ਜਿਹੜਾ ਵਿਸ਼ਾ ਲਈ ਆ ਰਹੇ ਹਾਂ ਵੀ ਇਹ ਦਸਮ ਪਾਤਸ਼ਾਹ ਦੀ ਜਿਹੜੀ ਖੰਡੇ ਬਾਟੇ ਦੀ ਪਹੁਲ ਚਲਾਈ ਹੈ, ਇਹ ਕਿਉਂ ਜ਼ਰੂਰੀ ਹੈ ਹਰ ਸਿੱਖ ਬਣਨ ਲਈ, ਹਰ ਨੂੰ ਕਿਉਂ ਇਹ ਪਹੁਲ ਲੈਣੀ ਚਾਹੀਦੀ ਹੈ। ਇਹਨੂੰ ਹੀ ਅੰਮ੍ਰਿਤ ਛਕਣਾ ਕਹਿੰਦੇ ਹੈ, ਇਹਨੂੰ ਹੀ ਪੀਵੋ ਪਹੁਲ ਖੰਡੇ ਧਾਰ ਹੈ। ਲੇਕਿਨ ਇਹ ਦੋਨੋਂ ਲਫ਼ਜ਼ ਬਾਣੀ 'ਚ ਨਹੀਂ ਆਉਣਗੇ। ਸਾਰੀ ਸਿੱਖੀ 'ਚ ਰੌਲਾ ਪਿਆ ਜੀ, ਸਾਨੂੰ ਉਹ ਕਹਾਣੀਆਂ ਸੁਣਾਉਂਦੇ ਹੋ ਵੀ ਤੰਬੂ ਲਵਾਏ ਔਰ ਇੱਦਾਂ ਬੱਕਰੇ ਵੱਢੇ ਜਾਂ ਸਿਰਾ ਇੱਦਾਂ 5 ਪਿਆਰੇ ਤਿਆਰ ਕੀਤੇ ਸਾਰੇ। ਉਹ 'ਤੇ ਕਹਾਣੀ ਹੈ ਕਿਸੇ ਹਿਸਟੋਰੀਅਨ ਦੀ, ਗੁਰਬਿਲਾਸ ਪਾਤਸ਼ਾਹੀ ਦਸਵੀਂ ਦੀ ਉਹ ਕਹਾਣੀ ਆ। ਉਹਨਾਂ ਵੀ ਇੱਦਾਂ ਤੰਬੂ ਲਾਏ। ਉਹ ਸਾਨੂੰ ਕੋਈ ਬਾਣੀ ਰਾਹੀਂ ਦੱਸੋ ਵੀ ਇਹ ਜਿਹੜੀ ਕੰਨ 'ਚ ਮੰਤਰ ਦਿੰਦੇ ਆ ਰਹੇ ਸੀ 9 ਮੁਹੱਲੇ ਸਾਰੇ, ਔਰ ਜਿਹੜੀ ਸਿੱਖ ਬਣਾਉਣ ਦੀ ਰਸਮ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਉਂ ਚੇਂਜ ਕੀਤੀ। ਔਰ ਇਹ ਸਾਰੀ ਜਿਹੜੀ ਚੀਜ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਬਾਟੇ ਦੀ ਪਹੁਲ ਚਲਾਈ ਹੈ, ਕਿਉਂ ਲੈਣੀ ਜ਼ਰੂਰੀ ਹੈ ਹਰ ਸਿੱਖ ਲਈ। ਅਸੀਂ ਉਹਦੇ 'ਤੇ ਅਨੇਕ ਸ਼ਬਦ ਬਾਣੀ ਦੇ ਰਹੇ ਹਾਂ। ਕਹਾਣੀਆਂ ਨੂੰ ਪਰੇ ਕਰੋ, ਉਹ ਝੂਠ ਦੇ ਪਲੰਦੇ ਨੇ, ਉਹ ਨਹੀਂ ਸਾਨੂੰ ਬਿਆਨ ਕਰ ਸਕਦੇ। ਜੋ ਸ਼ਬਦ ਹੈ ਬਾਣੀ ਦੇ ਉਹ ਸਾਡਾ ਖੋਲ੍ਹਣਗੇ। ਔਰ ਇਹਦੇ 'ਚੋਂ ਅਸੀਂ ਪੂਰੀ ਤੰਦ ਕੱਤੀ ਆ ਰਹੇ ਕਈ ਸ਼ਬਦ ਲਾ ਕੇ, ਔਰ ਸਿੱਟਾ ਕੀ ਨਿਕਲ ਰਿਹਾ ਹੈ ਵੀ ਇਹ ਦੋਨੋਂ ਲਫ਼ਜ਼ ਬਾਣੀ 'ਚ ਨਹੀਂ ਮਿਲਣਗੇ। ਪੀਵੋ ਪਹੁਲ ਖੰਡੇ ਧਾਰ, ਅੰਮ੍ਰਿਤ ਛਕਣਾ, ਇਹ ਨਹੀਂ ਮਿਲੇਗਾ। ਇੱਕ ਲਫ਼ਜ਼ ਆਏਗਾ ਜਿਹੜਾ ਸਿੱਖੀ ਨੂੰ ਆਸੇ ਦਾ ਨਹੀਂ ਪਤਾ। ਔਰ ਅਸੀਂ ਜਦੋਂ ਤੋਂ ਇਹ ਸ਼ੁਰੂ ਕੀਤਾ ਹੈ ਕੰਮ, ਅਸੀਂ ਲੱਭ ਕੇ ਖੋਜ ਕੇ ਜਦੋਂ ਦਿੱਤਾ ਹੈ, ਜਦੋਂ 5 ਪਿਆਰਿਆਂ ਕੋਲ ਕੋਈ ਸਾਰਾ ਸਿੱਖ ਜਾਂਦਾ ਹੈ, ਜਿਹਨੂੰ ਪਤਾ ਲੱਗ ਜਾਂਦਾ ਵੀ ਬਾਣੀ 'ਚ ਇਹਦਾ ਨਾਂ ਦੀਖਿਆ ਹੈ। ਅਸੀਂ ਸ਼ਬਦ ਪਹਿਲਾਂ ਹੀ ਬਾਬੇ ਨਾਨਕ ਦਾ ਲੈ ਚੁੱਕੇ ਹਾਂ। ਕਵਨ ਤਰਾਜੀ ਕਵਨ ਤੁਲਾ, ਤੇਰਾ ਕਵਨ ਸੁਰਾਖ ਬੁਲਾਵਾਂ, ਕਵਨ ਗੁਰੂ ਕਹਿ ਪੈ ਦੀਖਿਆ ਲੈਵਾਂ। ਸਾਰੀ ਬਾਣੀ 'ਚ ਦੀਖਿਆ ਲਫ਼ਜ਼ ਚੱਲੇਗਾ। ਔਰ ਉਹਦੇ ਉੱਤੇ ਅਸੀਂ ਸੱਟ ਮਾਰ ਰਹੇ ਹਾਂ ਸ਼ਬਦ 'ਤੇ ਸ਼ਬਦ ਦੇ ਕੇ ਵੀ ਦਸਮ ਪਾਤਸ਼ਾਹ ਨੇ ਕੋਈ ਨਵੀਂ ਰੀਤ ਨਹੀਂ ਤੋਰੀ। ਕਿਉਂ ਤੋਰੀ ਗਈ ਅਸੀਂ ਪਹਿਲੀਆਂ ਟੇਪਾਂ 'ਚ ਦੱਸ ਚੁੱਕੇ ਹਾਂ ਵੀ ਅਫਗਾਨਿਸਤਾਨ ਤੋਂ ਇਹ ਜਿਹੜੇ ਦੁੰਬੇ ਖਾਣੇ ਸਖਤ ਤਕੜੇ ਔਰ ਮੁਗਲ ਪਠਾਨ ਇਸ ਪੰਜਾਬ ਦੀ ਧਰਤੀ ਨੂੰ ਲਤੜ ਕੇ ਲੰਘਦੇ ਸੀ। ਹਿੰਦੁਸਤਾਨ ਲੁੱਟ ਕੇ ਵਾਪਸੀ 'ਤੇ ਸਾਡੇ ਕੋਠੇ ਢਾਹ ਜਾਂਦੇ ਸੀ, ਲੜਕੀਆਂ ਚੱਕ ਕੇ ਲੈ ਜਾਂਦੇ ਸੀ। ਔਰ ਪੰਜਾਬ ਦੀ ਐਸੀ ਹਾਲਤ ਸੀ, ਇਸ 'ਚ ਮਾਰਸ਼ਲ ਸਪਿਰਿਟ ਭਰਨੀ ਸੀ ਲੋਕਾਂ ਨੂੰ। ਉਹਨਾਂ ਨੇ ਕਿਹਾ ਆ ਜਿਹੜੀ ਕੰਨ 'ਚ ਦੇਖਣ ਵਾਲੀ ਹੈ, ਇਹਨੂੰ ਖੰਡੇ ਦੀ ਧਾਰ 'ਚੋਂ ਲੰਘਾਓ। ਇਸ ਕਰਕੇ ਦਸਮ ਪਾਤਸ਼ਾਹ ਨੇ ਜੋ ਕੰਮ ਕੀਤਾ ਹੈ, ਹਿਸਟੋਰੀਅਨ ਦੁਨੀਆ ਦੇ ਲੋਕ ਮੰਨਦੇ ਆ ਵੀ ਇਹ ਪਹਿਲਾ ਯੁੱਗ ਪੁਰਸ਼ ਹੈ ਇਸ ਕਲਯੁੱਗ ਦਾ, ਜਿਹਨੇ ਕਿ ਗੁਰੂਡਮ ਖਤਮ ਕੀਤੀ ਹੈ, ਡਿਕਟੇਟਰਸ਼ਿਪ ਖਤਮ ਕੀਤੀ ਹੈ। ਵੀ ਇਕੱਲਾ ਹੀ ਗੁਰੂ, ਇਕੱਲਾ ਸੰਤ, ਇਕੱਲਾ ਸਾਧ ਨਾ ਹੋਏ, ਪੰਜਾਂ ਦੇ ਹਵਾਲੇ ਆਪ ਗੋਡਿਆਂ ਭਾਰ ਹੋਏ। ਔਰ ਇਹ ਰਸਮ ਚਲਾਈ ਉਹ ਹਰ ਇੱਕ ਨੂੰ ਮੰਨਣੀ ਪੈਣੀ ਹੈ। ਅਸੀਂ ਜਿਹੜੇ ਦੇਹ 'ਚ ਸਤਿਗੁਰੂ ਮੰਨਦੇ ਹਾਂ, ਉਹਨਾਂ ਨੂੰ ਕੱਟਦੇ ਆ ਰਹੇ ਹਾਂ। ਸਾਨੂੰ ਬਾਣੀ ਰਾਹੀਂ ਆਣ ਕੇ ਸਾਬਤ ਕਰ ਦਿਓ, ਇੱਕੋ ਹੀ ਲਾਈਨ ਹੀ ਸਾਬਤ ਕਰ ਦਿਓ ਵੀ ਜਿਹੜਾ ਤੁਸੀਂ ਸਤਿਗੁਰੂ ਕਲਾਉਂਦੇ ਹੋ, ਇਸ ਲਾਈਨ ਦਾ ਕੀ ਮਤਲਬ ਹੈ। ਤੁਸੀਂ ਬੜੇ ਚੰਗੇ ਹੋ, ਨਾਮ ਜਪਾ ਰਹੇ ਹੋ, ਪਰ ਆਹ ਲਾਈਨ ਕਲੀਅਰ ਕਰ ਦਿਓ ਆਣ ਕੇ।
सतगुर मेरा सदा सदा ना आवे ना जाए, वो अविनाशी पुरख है सब मेरे समाए। ये बाणी ये पुरख मंनदी है तुसी ठीक हो, चंगे हो, साध कलाओ, बाबे कलाओ, जो मर्जी नाम जपा रहे हो, नशे छड़ा रहे हो, बड़ा चंगा काम कर रहे हो सिੱਖੀ। पर सतगुरु नहीं असी कहण दांगे जिन चक्कर बाणी नहीं साडी साफ करदे। इस करके इसे करके असी दीख्या हुण लई है भी आ लो इन्ने शब्द जिहड़ी दीख्या है, इहो ही खंडी बाटी दी पौल है, इहो ही अमृत छकना है, इहो ही अमृत संचार है। कई प्यार सत्कार नाल सारियां चीज़ां कही जाते ने, लेकिन सानू हुण ऐन बाणी दे बजवें शब्द असी दे रहे हैं, और ज़्यादा शब्द असी महल्ले पहले दे रहे हैं भी उन्होंने क्यों काम शुरू किया। क्योंकि आसा दी वार च आ जिहड़ा रब सी ये बामण बनया बैठा सी, सिखा कन्न चढ़ाइयां गुर ब्राह्मण थिया। वो ब्राह्मणवाद नूं कट्टणी महाराज ने कहा, बामण ही सारियां जातां नूं और नीवीं जात नूं मंत्र नहीं दिंदा। इस करके जनेऊ पाउंदा सारियां नूं, और गुर रारे नूं औंकड़ आओ ब्राह्मण थिया, और सिख कन्नां च मंत्र दिंदा। महाराज ने फिर रस्म पहले पातशाह नूं तोड़नी पई, पर आप गरीब बने और सतगुरु वरतदा है सारे थां। और जिहड़ा तंबू अंदर जां जो कहानी कहंदे है, वो कोई ऐसी कहानी नहीं है, वो सारी इहो चीज़ होई है जो कि पहले ही बाणी च लिखी सी। गुर सिखा अंदर सतगुर वरते, गुर सिखा अंदर सतगुर वरते, चुन कड्डे लद्दों वारे, गुर सिखा अंदर सतगुर वरते, गुर सिखा अंदर सतगुर वरते। पीवो पाहल खंडे तार, पीवो पाहल खंडे तार, वाहो वाहो गोबिंद सिंह जी, वाहो वाहो गोबिंद सिंह जी। आपे गुर चेला, आपे साहबजादा एडा जिस वेले उहदे बाप का सीस कट के गुरु तेग बहादुर साहब का थाली च आ गया, परदा चक्या, देखा मेरे बाप का सीस है। उन्होंने उस वेले सोच सोच के कई सालों बाद गुरु तेग बहादुर साहब जिस वेले कतल होए ने, उन्होंने तो बाद बैसाखी जिथे खंडे बाटी की पहल शुरू की, एडा लम्मा सफ़ा संगतां डड़िया उठियां सी, महाराज दीख्या करो। सिखी गां गुरमंत्र नहीं कुछ दीख्या नहीं क्यों कोई हो रही। तो महाराज ने फिर होली महल्ले का समागम हो चुका सी, उस बाद विसाखी तो फिर चिट्ठियां भेज के सारे मंगाए भी मुड़ के इकट्ठे होवो। अज उस वेले सारी चीज़ ते, लेकिन गुरु तेग बहादुर साहब तो जिहड़े बैपटाइज्ड जिहड़ा कि दीख्या लै चुके सी, 5 सिंह डिफरेंट सूबियां तो सी। पंजाब का एको सिंह धर्मचंद सी, बाकी सारे बाहरले और सारियां जातां दे, नीवियां दे भी उच्चियां दे भी सारे 5। वो गुरु तेग बहादुर साहब नूं दर्शन करन साहबजादा छोटा सी, देखदा हुंदा सी भी वो 5 आउंदे है, और 5 उन्होंने स्पैशल चिट्ठियां पाएं भी तुसीं जरूर आओ। वो फिर 5 प्यारे चुने गए। अपना नाम गोबिंद राय तो गोबिंद सिंह कराया, उन्होंने नाम भी बदले। और ये किन बदले है? सतगुर की महिमा सतगुर जाने, सतगुर की महिमा गुर सिखा अंदर सतगुर वरते, गुर सिखा अंदर सतगुर वरते, चुन कड्डे लद्दों वारे, चुन कड्डे लद्दों वारे। धन गुरु धन 5 प्यारे, धन गुरु धन 5 प्यारे। आपे गुर चेला, वाहो वाहो गोबिंद सिंह जी, वाहो वाहो गोबिंद सिंह जी। ये थोड़ा थोड़ा प्रीफेस असी सारियां टिप्पां च दई आ रहे हैं, ताकि हर एक गुरसिख नूं ये दीख्या लैनी पैंदी, नहीं तो सिख नहीं बनिया। और साडा कोई इंसान गुरु नहीं है। असी गुरु अमरदास साहब की बाणी दई आ रहे हैं भी नगोरे का है नाम बुरा, नगोरे ना रहो, पर गुरु किन्नू करिए, इंसान नू किसी नू नहीं। ओह गुरु अमरदास साहब कहते, सतगुर बाजो गुरु नहीं कोए, सतगुर बाजो गुरु नहीं कोए। नगोरे का
नाम बुरा, न गुरे का है नाम बुरा। ए सतगुर बाज, सतगुर साडा जिहड़ा इंसान नहीं है, वो साडा गुरु है। इस करके ओदी जिहड़ी दीख्या चलाई है, उसदे उथों दीख्या लफ्ज़ सारी बाणी च आऊगा। और असी अनेक शब्द लै रहे हैं, और अज असी बाबे नानक दा फिर शब्द ढाडियां दी पौड़ी ते चकदे हैं। अमृत हर का नाम, अमृत हर का नाम, देवे दीख्या, देवे दीख्या। अमृत हर का नाम, अमृत हर का नाम, देवे दीख्या, देवे दीख्या। तिना मिलिया गुर आए, गुर रारे नूं औंकड़ है। महले पहली दी बाणी है, आप नहीं हो गुर सी। गुर ओही है, गुर ईसर, गुर गोरख बर्मा गुर। इस करके जिहड़ा गुर है, इहो ही सत्ते गुर है। इहो ही असी उहदे सिख हैं। गुर सत्ते गुर का जो सिख खाए, सो पलके उठे हर नाम ते आवे। सारी बाणी ऐस पिवट दे दुआले पाउंदी है, गुर दे दुआले। इस करके गुर, वो गुरु नानक आप नहीं कह सकदा अपने शब्द च मैं मिलांगा तुहानूं तां। महाराज कहंदा वो जिहड़ा गुर है, ओ तिन्हा मिलिया गुर, तिन्हा मिलिया गुर आए, जिनको लिखिया। जिन्हां मिलिया गुर आए, जिन्हां दे भाग मस सकदे होणगे, वो ये सतगुरु जिहदी देह नहीं है वो कर रहेगा। तिन्हां मिलिया गुर आए, आपे मिलेगा। उन्हां दे भाग जिन्हां दे होणगे, आपे आण के मिलूगा तुहानूं। तिन्हां मिलिया गुर आए, उहनूं ये ज्ञान आउणा शुरू हो जाऊगा, मैं इंसान गुरु नहीं करना। गुरु नानक उस नूं गुर कर रहा है। और गुरु आ गुर लफज है, बाबा नानक आप कहंदा भी ये तत् निरंजन ज्योति सुबाई सोहंग, भेद ना कोई जीव अपरंपर पार ब्रह्म परमेश्वर। नानक गुर मिलिया सोई जी, मैनू तो आ गुर मिलिया। बाबे नानक की बाणी दे रहे हैं। इत्थे भी ओह कह रहा, तिन्हा मिलिया गुर आए। तिन्हा तुहाडे हत्थ शब्द है, नन्ने दे पैर थले हलंत है, वो भी बुलाउणा है। देख के बाणी शुद्ध पढ़नी है। तिन्हा मिलिया गुर आए, तिन्हा मिलिया गुर आए, जिनको लिखिया, जिनको लिखिया। लिखिया क्यों नहीं लिखिया? इसे करके ही दस रहे सारे गीत है। पिछला काफिया लिखिया, अगे दीखिया आएगा। लिखिया का मतलब है दीखिया, इस करके लिखिया नूं लिखिया गीत बनना सी। इस करके अगला काफिया आएगा, अमृत हर का नाम देवे दीखिया, ताए पहला लफ्ज लिखिया आया है। तिन्हा मिलिया गुर आए, तिन्हा मिलिया गुर आए, जिनको लिखिया, जिनको लिखिया। जिन्हों के पूर्वले भाग आ उन्होंने की फिर मिलता है? अमृत हर का नाम, अमृत हर का नाम, देवे दीखिया, देवे दीखिया। यो ही दीखिया बाणी च चलेगा। खंडे बाटे दी पौल और अमृत छकना, ये सारे इन्हों सारियां प्रेजेंट कौन करेगा? आ लफज अमृत हर का नाम, अमृत हर का नाम, देवे दीखिया, देवे दीखिया। इत्थे महाराज महला पहला असी जिद्दां शब्द लिखिया है पूरा संगत नाल मिल के गाउणा है। बाद च विवेक करांगे। और फिर देखो महाराज किड्डा उच्च हद्दी वैन है बाबे नानक दा। पन्ना है 728, सूही महला पहला। और शुरू तो असी पढ़न लगे हैं शब्द, जिनको भांडे पाओ, जिनको भांडे पाओ, तिना सवार सी, तिना सवार सी। याद रहे गुरु बाबे नानक के दर्शन शब्द राही कर रहे हैं। जदों आप गाँदे होने हैं की असर होता हो सिखा ते। इसके मारे कहते हैं जिनको भांडे पाओ, जिनको भांडे पाओ, तिना सवार सी, तिना
सवारसी। सुखी करे पसाओ, सुखी करे पसाओ, दुख विसारसी, दुख विसारसी। सहसा मूले नाहे, सहसा मूले नाहे, सर पर तारसी, सर पर तारसी। जिन्हा मिलिया गुर आए, जिन्हा मिलिया गुर आए, जिनको लिखिया, जिनको लिखिया। अमृत हर का नाम, अमृत हर का नाम, देवे दीखिया, देवे दीखिया। चाले सतगुर पाए, चाले सतगुर पाए, पवे ना पीखिया, पवे ना पीखिया। चाले सतगुर पाए, चाले सतगुर पाए, पवे ना पीखिया, पवे ना पीखिया। जाको महल हजूरे, जाको महल हजूरे, दूजे निमे किस, दूजे निमे किस। जाको महल हजूरे, जाको महल हजूरे, दूजे निमे किस, दूजे निमे किस। दर दरवाणी नाहे, दर दरवाणी नाहे, मूले पुछ तिस, मूले पुछ तिस। ए छुटे तां कै बोले, छुटे तां कै बोले, साहिब नजर जिस, साहिब नजर जिस। ए छुटे तां कै बोले, छुटे तां कै बोले, साहिब नजरे जिस, साहिब नजरे जिस। कल्ले आने आपे, कल्ले आने आपे, जिस नाही दूजा मत। कल्ले आने आपे, जिस नाही दूजा मत कोई, नाही दूजा मत कोई। ए कल्ले आने आपे, जिस नाही दूजा मत कोई, नाही दूजा मत कोई। ए ढाए उसारे साजे, ढाए उसारे साजे, जाने सब सोए, जाने सब सोए। नाम नानक बख्शीस, नाम नानक बख्शीस। ए नदरी करम होए, नदरी करम होए। जिनको पांडे पाओ, जिनको पांडे पाओ, तिना सवार सी, तिना सवार सी। ਇਹਦਾ ਵਿਵੇਕ ਕਰੀਏ। ਗੁਰੂ ਬਾਬੇ ਨਾਨਕ ਦੇ ਉੱਚ ਹੱਦੀ ਵੈਣ ਖੋਲ੍ਹਣ ਲੱਗੇ ਹੈ। ਸੰਗਤ 'ਚ ਬੈਠ ਕੇ ਜੇ ਤੁਸੀਂ ਵਿਚਾਰ ਕਰੋ ਤਾਂ ਮਹਾਰਾਜ ਦਾ ਬਾਣੀ ਦਾ ਹੁਕਮ ਹੈ, ਵਿੱਚ ਸੰਗਤੇ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਸ਼ਬਦਾਂ ਨੂੰ ਗਾਉਣਾ ਵੀ ਹੈ ਅਸੀਂ, ਇਹ ਨਹੀਂ ਵੀ ਸਾਰੀ ਉਮਰ ਗਾਈ ਜਾਣਾ, ਉਹਦੇ 'ਤੇ ਕਦੀ ਵਿਚਾਰ ਹੀ ਨਹੀਂ ਕਰਨੀ, ਨਾ ਦੇਖਣਾ ਹੀ ਨਹੀਂ ਹੈ। ਮਹਾਰਾਜ ਦਾ ਹੁਕਮ ਹੈ, ਵਿੱਚ ਸੰਗਤੇ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਇਹ 'ਤੇ ਵਿਚਾਰ ਕਰੋ, ਬੁੱਝੋ। ਸਾਰੀ ਸੰਗਤ ਬੈਠ ਕੇ ਉਹ ਬਰਕਤ ਆਪ ਪਾਉਂਦਾ ਹੈ ਕਾਲਪੁਰਖ। ਤੋ ਸ਼ਬਦ ਇੱਥੋਂ ਸ਼ੁਰੂ ਹੈ, ਜਿਨ ਕਉ ਭਾਂਡਾ ਭਾਉ, ਜਿਨ੍ਹਾਂ ਦੇ ਸਰੀਰ ਦੇ ਅੰਦਰ ਆ ਸਰੀਰ ਦਾ ਭਾਂਡੇ ਦੇ ਵਿੱਚ ਸ਼ੌਕ ਹੈ ਉਹਨੂੰ ਮਿਲਣ ਦਾ, ਉਹਨਾਂ ਨੂੰ ਉਹ ਭਾਂਡੇ ਨੂੰ ਸਵਾਰੇਗਾ। ਗੁਰੂ ਨਾਨਕ ਇੱਕ ਸ਼ਬਦ ਐਸਾ ਦਿੰਦੇ ਹੈ ਵੀ ਤੂੰ ਚੰਗਾ ਭਲਾਖੀ ਹੈ, ਮੇਰੇ ਕੋਲ ਗੁਰੂ ਤੂੰ ਧਾਰਨਾ ਆਇਆ ਔਰ ਤੂੰ ਮੈਥੋਂ ਗਿਆਨ ਲੈਣਾ, ਤੂੰ ਮੇਰੇ ਸਾਹਮਣੇ ਘੜਾ ਮੂਧਾ ਪਾ ਕੇ ਰੱਖ ਦੇਂਗਾ ਤਾਂ ਮੈਂ ਵਸਤ ਕਿੱਥੇ ਪਾਊਂਗਾ। ਉਹ ਵੀ ਤੂੰ ਉਹ ਕੰਮ ਕਰ ਰਿਹਾ ਵੀ ਤੂੰ ਭਾਂਡਾ
ਮੁੱਦਾ ਕਰਕੇ ਘੜਾ ਮੇਰੇ ਅੱਗੇ ਰੱਖ ਰਿਹਾ, ਇਹਨੂੰ ਸਿੱਧਾ ਕਰ ਤਾਂ ਕਿ ਇਹਦੇ 'ਚ ਮੈਂ ਵਸਤ ਪਾਵਾਂ। ਆਹ ਹੈ ਗੁਰੂ ਦਾ ਕੰਮ। ਅਧਿਕਾਰੀ ਦੇਖ ਕੇ ਅਣਅਧਿਕਾਰੀ ਨੂੰ ਕਿਸੇ ਨੂੰ ਗਿਆਨ ਨਹੀਂ ਸੀ ਦਿੰਦੇ। ਰਿਸ਼ੀ ਮੁਨੀਆਂ ਤੋਂ ਲੈ ਕੇ ਜਿਹੜਾ ਅਧਿਕਾਰੀ ਹੈ ਗਿਆਨ ਦਾ, ਉਹਨਾਂ ਕੀ ਉਹਨੂੰ ਗਿਆਨ ਦਿੰਦੇ ਸੀ। ਜੇ ਕੋਈ ਪਹਿਲਾਂ ਹੀ ਆ ਜਾਏ ਜੀ ਮੈਨੂੰ ਗੁਰਮੰਤ ਦੱਸੋ, ਮੈਨੂੰ ਕਰ ਉਹ ਅਗਲੇ ਕਹਿ ਦਿੰਦੇ ਸੀ ਤਾਂ ਕਿ ਨਿਆਣੇ ਦੇ ਹੱਥ 'ਚ ਚਾਕੂ ਫੜਾ ਦਈਏ। ਨਿਆਣੇ ਦੇ ਹੱਥ 'ਚ ਚਾਕੂ ਫੜਾ ਦਿਓ, ਆਪਣੇ ਮਾਰ ਲਊਗਾ ਜਾਂ ਕਿਸੇ ਦੇ ਮਾਰ ਲਓ। ਇਸ ਕਰਕੇ ਐਡੀ ਵੱਡੀ ਗਿਆਨ ਚੀਜ਼ ਹੈ। ਬਿਨ ਗਾਹਕ ਗੁਣ ਵੇਚੀਏ ਤਾ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੋ ਮਿਲੇ ਤੋ ਗੁਣ ਲਾਖ ਵਖਾਏ। ਆਹ ਵੈ ਵੀ ਜਿਹਨਾਂ ਦੇ ਭਾਂਡੇ 'ਚ ਭਾਵ ਹੈ ਉਹਨਾਂ ਨੂੰ ਉਹ ਸਵਾਰੇਗਾ। ਜਿਹੜੀ ਇਸ ਬਾਣੀ ਦੀ ਜਾਂ ਇਸ ਲਾਈਨ 'ਤੇ ਨਹੀਂ, ਉਹ ਅਕਾਲ ਪੁਰਖ ਐਸਾ ਹੈ ਵੀ ਲਾਈਨ ਲਿਖ ਦਿੱਤੀ ਵੀ ਪਹਿਲਾਂ ਅੰਦਰ ਭਾਵ ਪੈਦਾ ਕਰ, ਇਹਦੇ ਯੋਗ ਬਣ ਇਸ ਗਿਆਨ ਲੈਣ ਦੇ, ਤਾਂ ਤੇਰਾ ਭਾਂਡਾ ਸਵਾਰਿਆ ਜਾਏਗਾ। ਅਸੀਂ ਸਾਰਿਆਂ ਨੇ ਘੜੇ ਮੁੱਦੇ ਮਾਰੇ ਐ ਸਾਸ ਬਾਣੀ ਦੇ ਅੱਗੇ। ਜੋ ਬਾਣੀ ਕਹਿੰਦੀ ਉਹਨੂੰ ਕਦੀ ਨਹੀਂ ਵਿਚਾਰਨਾ, ਬਾਕੀ ਸਾਰਾ ਤੁਹਾਨੂੰ ਵਸਤ ਕਿੱਥੋਂ ਮਿਲ ਜਾਊਗੀ। ਜਿਨ ਕੋ ਭਾਂਡੇ ਭਾਓ, ਜਿਨ ਕੋ ਭਾਂਡੇ ਭਾਓ, ਤਿਨਾ ਸਵਾਰ ਸੀ, ਤਿਨਾ ਸਵਾਰ ਸੀ। ਇਹ ਸੁਖੀ ਕਰੇ ਪਸਾਓ, ਦੁਖ ਵਿਸਾਰ ਸੀ, ਦੁਖ ਵਿਸਾਰ ਸੀ। ਉਹ ਸੁਖੀ ਹੋ ਜਾਏਗਾ। ਪਸਾਓ ਕਹਿੰਦੇ ਹੈ ਪ੍ਰਚਾਰ ਕਰਨ ਨੂੰ। ਉਹ ਗਾਂ ਫਿਰ ਦੁੱਖ ਉਹਦਾ ਵਿਸਰ ਜਾਂਦਾ ਸਾਰਾ। ਸੁੱਖ ਹੀ ਸੁੱਖ ਦਾ ਪ੍ਰਚਾਰ, ਸੁੱਖ ਹੀ ਸੁੱਖ ਨੂੰ ਮਿਲੇਗਾ। ਪਰ ਕਿਹਨਾਂ ਨੂੰ? ਜਿਨ ਕੋ ਭਾਂਡੇ ਭਾਓ, ਜਿਨ ਕੋ ਭਾਂਡੇ ਭਾਓ, ਤਿਨਾ ਸਵਾਰ ਸੀ, ਤਿਨਾ ਸਵਾਰ ਸੀ। ਇਹ ਸੁਖੀ ਕਰੇ ਪਸਾਓ, ਦੁਖ ਵਿਸਾਰ ਸੀ, ਦੁਖ ਵਿਸਾਰ ਸੀ। ਸੈਂਸਾ ਮੂਲੇ ਨਾਹੀ, ਸੈਂਸਾ ਮੂਲੇ ਨਾਹੀ, ਸਰ ਪਰ ਤਾਰ ਸੀ, ਸਰ ਪਰ ਤਾਰ ਸੀ। ਆਹ ਦਾ ਜੇ ਡਿਕਸ਼ਨਰੀ ਮੀਨਿੰਗ ਨਾ ਲਾਂਗੇ ਸਰ ਪਰ ਦਾ, ਵੀ ਉਹ ਤੁਹਾਡੇ ਸਿਰ ਦੇ ਉੱਤੇ ਆਣ ਕੇ ਤਾਰੇਗਾ ਤੁਹਾਨੂੰ। ਸਰ ਪਰ ਦਾ ਮਤਲਬ ਸਿਰ ਦੇ ਉੱਤੇ ਨਹੀਂ ਹੈ। ਜਿੱਥੇ ਸਰ ਪਰ ਬਾਣੀ 'ਚ ਆ ਜਾਏ ਉਹਦੇ ਮੈਨੇ ਮਸਟ, ਜ਼ਰੂਰ ਹੀ ਤਾਰੇਗਾ ਉਹਨੂੰ। ਅਵਸ਼ ਹੀ, ਸਰ ਪਰ ਮੈਨੇ ਅਵਸ਼ ਹੀ, ਮਸਟ ਉਹਨੂੰ ਤਾਰੇਗਾ। ਸੈਂਸਾ ਮੂਲੇ ਨਾਹੀ, ਸੈਂਸਾ ਮੂਲੇ ਨਾਹੀ, ਸਰ ਪਰ ਤਾਰ ਸੀ, ਸਰ ਪਰ ਤਾਰ ਸੀ। ਐਸੇ ਗੁਰਸਿੱਖ ਅਭਿਆਸੀ ਨੂੰ ਜਿਹੜਾ ਪਾਵਰ ਹੈ ਸਤਿਗੁਰੂ, ਉਹ ਇਨਸ਼ੋਰਡ ਕਰ ਦਿੰਦਾ। ਤੂੰ ਜਾ ਬੰਦਿਆ ਇਨਸ਼ੋਰਡ ਹੈ। ਤੇਰੀ ਜਿੱਦਾਂ ਇਨਸ਼ੋਰੈਂਸ ਇੱਕ ਦੀ ਹੋਵੇ, ਸਾਰਾ ਘਰ ਵਾਲੇ ਬੱਚੇ ਵੀ ਤਾਂ ਕੇ ਦੰਦ ਲਾਉਂਦੇ ਫਿਰਦੇ, ਸਾਰੀ ਇੰਸ਼ੋਰੈਂਸ ਵਰਤਦੇ ਆ। ਇੱਦਾਂ ਜੇ ਇੱਕ ਬੰਦਾ ਨਾਮ ਜਪਣ ਲੱਗ ਪਿਆ, ਸਾਰਾ ਸਗਲ ਕੁਟੰਬ ਹੋ ਜਾਂਦਾ ਤਰਿਆ। ਇਹ ਐਸੀਆਂ ਸਹੂਲਤਾਂ ਹੈ ਨਾਮ ਜਪਣ ਵਾਲਿਆਂ ਨੂੰ। ਉਹ ਕਹਿੰਦਾ ਤੈਨੂੰ ਤੇ ਵਸ਼ ਤਾਰ ਦੇਗਾ, ਪਰ ਤਰਨ ਤਨ 'ਚ ਫਰਕ ਹੈ। ਇਹ ਅਸੀਂ ਕੱਢੀ ਆ ਰਹੇ ਹਾਂ। ਪਰ ਸੈਂਸਾ ਮੂਲੇ ਨਾਹੀ, ਸੈਂਸਾ ਮੂਲੇ ਨਾਹੀ, ਸਰ ਪਰ ਤਾਰ ਸੀ, ਸਰ ਪਰ ਤਾਰ ਸੀ। ਤਿਨਾ ਮਿਲਿਆ ਗੁਰ ਆਏ, ਤਿਨਾ ਮਿਲਿਆ ਗੁਰ ਆਏ। ਹੁਣ ਬਾਬਾ ਨਾਨਕ ਇੱਥੇ ਆਪਣੇ ਸ਼ਬਦ 'ਚ ਕਹਿੰਦੇ ਵੀ ਜਿਹਨਾਂ ਨੂੰ ਮੈਂ ਮਿਲਿਆ ਆਣ ਕੇ। ਆਹੋ ਲੌਜਿਕ ਦੇ ਰਹੇ ਸਾਰੀ ਸਿੱਖ ਕੌਮ ਨੂੰ ਵੀ ਨਾਨਕ ਨਾਨਕ ਨੂੰ ਇਹ ਬਾਣੀ ਆ ਰਹੀ ਹੈ ਅਕਾਲ ਪੁਰਖ ਵੱਲੋਂ। ਆਪ ਗੁਰ ਨਹੀਂ ਸੀ, ਆਪ ਲਾਲੇ ਗੋਲੇ ਐਡੀ ਗਰੀਬੀ 'ਚ ਆਪ ਐਸੇ ਪਿਛਲੇ ਐਸੀਆਂ ਇਹ ਗੁਰੂ ਜੋਤੀਆਂ, ਐਸੀਆਂ ਵਿਅਕਤੀਆਂ ਜਿਨ੍ਹਾਂ ਦੀ ਐਡੀ ਐਡੀ ਕਮਾਈ, ਜਿਹਨਾਂ 'ਚ ਸਤਿਗੁਰ ਦੀ ਜੋਤ ਆਉਂਦੀ ਸੀ। ਤੋ ਗੁਰ ਜਿਹੜਾ ਹੈ ਇਹ ਤਤ ਨਿਰੰਜਨ ਜੋਤਿ ਸਬਾਈ, ਸੋਹੰਗ ਭੇਦ ਨਾ ਕੋਈ ਜੀ, ਅਪਰੰਪਰ ਪਾਰਬ੍ਰਹਮ ਪਰਮੇਸ਼ਰ। ਬਾਬਾ ਨਾਨਕ ਕਹਿੰਦਾ ਮੈਨੂੰ ਆਹ ਗੁਰ ਮਿਲਿਆ। ਇਹੋ ਹੀ ਗੁਰ ਫਿਰ ਗਾਂ ਮਹਾਰਾਜ ਕਹਿੰਦੇ ਤੇਨਾ ਮਿਲਿਆ ਗੁਰ ਆਏ, ਤੇਨਾ ਮਿਲਿਆ ਗੁਰ ਆਏ, ਜਿਨ ਕੋ ਲੀਖਿਆ, ਜਿਨ ਕੋ ਲੀਖਿਆ। ਆਈ ਦਿਖਿਆ ਹੁਣ ਅੰਮ੍ਰਿਤ ਹਰਿ ਕਾ ਨਾਮ, ਅੰਮ੍ਰਿਤ ਹਰਿ ਕਾ ਨਾਮ, ਦੇਵੇ ਦੀਖਿਆ, ਦੇਵੇ ਦੀਖਿਆ। ਅਗਲੇ ਸ਼ਬਦ ਦਾ ਵਿਵੇਕ ਆਪ ਕਰੋ। ਅਸੀਂ ਲੰਮਾ ਪੈਂਡਾ ਕਰਨਾ ਇਸ ਦੀਖਿਆ ਦੇ ਉੱਤੇ। ਅਸੀਂ ਅਗਲਾ ਸ਼ਬਦ ਚੱਕਦੇ ਹਾਂ ਔਰ ਅਸੀਂ ਉਸ ਜੋ ਗੁਰੂ ਨਾਨਕ ਦਾ ਮਾਸਟਰਪੀਸ ਹੈ ਸਿੱਧ ਗੋਸ਼ਟ, ਉਹਦੇ 'ਚੋਂ ਅਸੀਂ ਤੁਕਾਂ ਕੱਢ ਕੇ ਦੇਣ ਲੱਗੇ ਹਾਂ। ਗੁਰੂ ਨਾਨਕ ਦਾ ਯਾਦ ਰਹੇ, ਗੁਰੂ ਨਾਨਕ ਦਾ ਜਪਜੀ ਸਾਹਿਬ ਮਾਸਟਰਪੀਸ ਨਹੀਂ ਹੈ।
ਵੀ ਬੜੀ ਜਪਜੀ ਸਾਹਿਬ ਬਾਬੇ ਨਾਨਕ ਉਹ ਅਕਾਲ ਬਾਣੀ ਹੈ। ਜਪਜੀ ਸਾਹਿਬ ਦੇ ਉੱਤੇ ਕਿਸੇ ਗੁਰੂ ਦਾ ਨਾਂ ਨਹੀਂ ਆ, ਮਹੱਲੇ ਦਾ ਨਾਂ ਨਹੀਂ ਆ, ਉਹਦੀਆਂ ਪੌੜੀਆਂ ਨਹੀਂ ਆ, ਅੰਕ ਹੈ। ਹੁਣ ਸਾਰੀ ਦੁਨੀਆ ਅਸੀਂ ਗਿਆਨ ਢੂੰਡ ਕੇ ਮਨਾਈ ਆ ਰਹੇ ਹਾਂ ਵੀ ਇਹ ਜਪ ਹੈ। ਜਪ ਦੇ 2 ਡੰਡੀਆਂ ਇੱਧਰ 2 ਡੰਡੀਆਂ ਇੱਧਰ, ਪੱਪੇ ਨੂੰ ਔਂਕੜ ਜਪ ਕਰਾਏਗਾ। ਲੇਕਿਨ ਇਹ ਕਿਸੇ ਮਹੱਲੇ ਦੀ ਬਾਣੀ ਨਹੀਂ ਹੈ, ਉੱਤੇ ਕੋਈ ਮਹੱਲਾ ਨਹੀਂ ਹੈ, ਰਾਗ ਨਹੀਂ ਹੈ। ਇਹਨੂੰ ਸਮਝਣੀ ਅਕਾਲ ਬਾਣੀ ਐਸੀ ਹੈ, ਇਹ ਸਿੱਧਾ ਇਲਹਾਮ ਗੁਰੂ ਨਾਨਕ, ਜਿੱਦਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਕਲਾਮ ਨਾਜ਼ਿਲ ਉੱਤੋਂ ਹੁੰਦਾ ਸੀ, ਇਹ ਜੋਤ ਨਾਨਕ ਜੋਤ ਨੂੰ ਬਾਣੀ ਆਈ ਹੈ। ਬਾਬੇ ਨਾਨਕ ਦੀ ਇੱਦਾਂ ਮਰਤਬਾ ਸੀ ਵੀ ਉਹਨਾਂ ਨੂੰ ਇਹ ਅਕਾਲ ਬਾਣੀ ਆਈ, ਔਰ ਉਹ ਅਕਾਲ ਦੀ ਬਾਣੀ ਹੈ। ਆ ਜਿਹੜੀ ਸਿੱਧ ਗੋਸ਼ਟ ਹੈ, ਇਹ ਗੁਰੂ ਮਹਾਰਾਜ ਨੇ ਹੈ ਕਿੱਡਾ ਪਰਉਪਕਾਰ ਕੀਤਾ ਗੁਰੂ ਨਾਨਕ ਨਾਲ, ਵੀ ਜੋ ਸਿੱਧਾਂ ਨੇ ਜਿਹੜੇ ਵੱਡੇ ਜੋ ਹਿੰਦੁਸਤਾਨ ਨੂੰ ਸਾਂਭੀ ਬੈਠੇ ਸੀ ਯੋਗ ਸਾਰਾ, ਔਰ ਸਾਰੇ ਗ੍ਰਸਤੀ ਮੁੱਠੀ 'ਚ ਕੀਤੇ ਸੀ। ਕਿਸ ਤਰ੍ਹਾਂ ਬਾਬੇ ਨਾਲ ਉਹਨਾਂ ਨਾਲ ਕਨਵਰਸੇਸ਼ਨ ਕੀਤੀ, ਔਰ ਉਹ ਫਿਰ ਲਿਖ ਦਿੱਤੀ ਵੀ ਮੇਰੀ ਆਹ ਵਾਰਤਾਲਾਪ ਇਹਨਾਂ ਹੋਈ। ਉਹਦੇ ਵਿੱਚ ਉਹ ਦੀਖਿਆ ਦਾ ਗਿਆਨ ਦੇਣ ਲੱਗਾ ਬਾਬਾ ਨਾਨਕ। ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਨਹੀਂ ਕਹਿਣਾ ਚਾਹੀਦਾ, ਹਮੇਸ਼ਾ ਹੀ ਸਿੱਧ ਗੋਸ਼ਟੇ, ਟੈਂਕ ਨੂੰ ਸਿਹਾਰੀ ਹੈ। तो सिद्ध गोष्ठे रामकली महला पहला सिद्ध गोष्ठे पन्ना है 944 944 पन्ने के उत्ते असी दीख्या ते ज्ञान जो जोगियां नूं दे रहे हैं महाराज वो असी चक रहे हैं। और अखीरली लाइन जिहड़ी कि हाईलाइट कीती है वो असी चक्कांगे पहला। गुर की दीख्या से सच्चे राते गुर की दीख्या से सच्चे राते, गुर की दीख्या से सच्चे राते। नानक आप गवाए मिलन नहीं प्रांते, आप गवाए मिलन नहीं। नानक आप गवाए मिलन नहीं प्रांते, आप गवाए मिलन नहीं पाते। गुर की दीख्या से सच्चे राते। कोई भी इंसान सच दे नाल रंगिया नहीं रत्तिया नहीं जा सकता उस रब दे नाल। इस करके राते की पोजीशन आ गई है, रंगे की स्टेज नीवी है, इत्थों उत्ती फिर रत्ते सही जे मुख ना मुड़न, जिन्हां संजाता साई झड़ झड़ पैंदे कच्चे बिरही जिन्हां कार ना आई। इस करके पहला रंग चढ़ना है और उस बाद रत्ते जाना है। वो स्टेज दस रहे ने भी वो जोगियो क्यों तंग हो रहे, एडियां तपस्या कर रहे हो, बना च घर भी छड्ड दिते, सब कुछ गुरु कोलों दीख्या लाओ। वो जो वो दीख्या लेंदे सी गोरख कोलों, गोरखां नाल दीख्या लाई माया मछंदर कोलों। इस तरह इन्हां दे गुरु देह च हुंदे सी सारे, उन्हां नूं कहंदे आ गुर सांभो, उहदे कोलों दीख्या लाओ। और जिहड़ी गुर की दीख्या ਤਾਂ ਜਾ ਕੇ ਉਸ ਸੱਚੇ ਨਾਲ ਰੱਤੇ ਜਾਓਗੇ। तो सच दे सच नहीं है, इत्थे चिच्चे नूं सिहारी है, वो बुलावांगे तो जिस घर पहले च असीं गा रहे हैं उहदे विच तां फिट बैठेगा। गुर की दीख्या से सच्चे राते, गुर की दीख्या से सच्चे राते। नानक छाप है गा, नानक छाप है। असल मजमून दे नाल जिहड़ी चीज़ रलदी है वो की है, जदों रत्ते गए आप गवाए मिलन नहीं प्राते, आप गवाए मिलन नहीं प्राते। ताकि वो आप जड़ा नानक है उस अंदरों निकल गया है भी नानक छाप है। असल मजमून की है, अपना आप अपनी ईगो गवाए, अपना हमें मारे और मिलन नहीं भरांते। जिन चकर तेरे च भरांत है, आ भरांत दा लफ्ज़ समझना है। बाबा फरीद जी की बाणी चाहुंदा दरवेशां नूं लोड़िए रुखां दी जीरांद, फरीदा साहब दी कर बंदगी दिल की लाए परांत। भी अंदरों जिहड़ा दुवैत भरी है तेरे अंदर, जिहड़ी दुबदा भरी है, और सीधा जे मैं ना समझना है भी तेरे अंदर जिहड़ा गारबेज भरिया इनू पहलां बाहर कढ। ਇਹ ਜਿਹੜੀ ਦੁਆਇਤ ਹੈ ਰੱਬ ਦੇ ਨਾਮ ਤੋਂ ਬਗੈਰ ਅੰਦਰ ਤੇਰੇ 'ਚ ਦੁਬਦਾਈ ਦੁਆਇਤ ਸਾਰੀਆਂ ਚੀਜ਼ਾਂ ਵਿੱਚ ਹੈ।
ਕਹਿੰਦੇ ਇਹ ਭਰਾਂਤ ਖਤਮ ਕਰ, ਇਹ ਜਦ ਇਹ ਤੈਨੂੰ ਨਹੀਂ ਇਹਨੇ ਮਿਲਣ ਦੇਣੀ, ਇਸ ਕਰਕੇ ਆਪ ਗੁਆਪ ਈਗੋ ਆਪਣੀ ਹਉਮੈ ਮਾਰ ਤਾਂ ਤੂੰ ਨੇ ਮਿਲੇਂਗੀ। ਔਰ ਫਿਰ ਗੁਰੂ ਦੀ ਦੀਖਿਆ ਲੈ, ਨਗੋਰਾ ਨਾ ਰਹਿ, ਗੁਰੂ ਵਾਲਾ ਬਣ ਤਾਂ ਤੇਰਾ ਪਾਰ ਉਤਾਰਾ ਹੋਏਗਾ। ਗੁਰ ਕੀ ਦੀਖਿਆ ਸੇ ਸੱਚੇ ਰਾਤੇ, ਦੀ ਦੀਖਿਆ ਜ਼ਰੂਰੀ ਹੈ। ਬਾਬੇ ਨਾਨਕ ਨੇ ਜੋ ਸ਼ੁਰੂ ਕੀਤੀ ਹੈ, ਇਸੇ ਕਰਕੇ ਇਹੋ ਹੀ ਖੰਡੇ ਵੱਟ ਦੀ ਪੌਲ ਹੈ, ਇਹੋ ਹੀ ਅੰਮ੍ਰਿਤ ਛਕਣਾ ਹੈ। ਗੁਰ ਕੀ ਦੀਖਿਆ ਸੇ ਸੱਚੇ ਰਾਤੇ, ਗੁਰ ਕੀ ਦੀਖਿਆ ਸੇ ਸੱਚੇ ਨਾਨਕ ਆਪ ਗਵਾਏ, ਮਿਲਣ ਨਹੀਂ ਪ੍ਰਾਤੇ। ਨਾਨਕ ਆਪ ਗਵਾਏ, ਮਿਲਣ ਨਹੀਂ ਪ੍ਰਾਤੇ। ਆਓ ਜਰਾ ਸਿੱਧ ਗੌਰ ਸ਼ੁਰੂ ਤੋਂ ਚੱਕੀਏ। ਮਹਾਰਾਜ ਇੱਥੋਂ ਸ਼ੁਰੂ ਕਰਦੇ, ਉਹਨਾਂ ਨੂੰ ਗਿਆਨ ਦੇਣ ਲੱਗੇ ਜੋਗੀਆਂ ਨੂੰ। ਸਹਿਜ ਭਾਏ ਮਿਲੀਏ ਸੁਖ ਹੋਵੇ, ਸਹਿਜ ਭਾਏ ਮਿਲੀਏ ਸੁਖ ਹੋਵੇ। ਮਹਾਰਾਜ ਨੇ ਦੇਖਿਆ ਜੋਗੀ ਐਡੀਆਂ ਰਾਣੀਆਂ ਆਪਣੇ ਘਰ ਦੇ ਬੜੇ ਬੜੇ ਰਾਜੇ, ਔਰ ਜੋਗ ਬੈਠੇ ਸਾਲਾਂ ਹੋ ਗਏ ਇਹਨਾਂ ਨੂੰ, ਐਡੇ ਐਡੇ ਕਰੜੇ ਤਪ ਕਰ ਰਹੇ ਨੇ ਬਣਾ ਦੇ ਵਿੱਚ, ਔਰ ਇੰਨੇ ਔਖੇ ਹੋ ਰਹੇ ਨੇ। ਮਹਾਰਾਜ ਉਹਨਾਂ 'ਚ ਚਲੇ ਗਏ। ਸਿੱਧ ਗੋਸ਼ਟ ਉਹਨਾਂ ਨੇ ਕਨਵਰਸੇਸ਼ਨ ਕੀਤੀ, ਸਵਾਲ ਜਵਾਬ ਕੀਤੇ। ਕਹਿੰਦੇ ਬਾਲਿਆ ਤੇਰੀਆਂ ਗੱਲਾਂ ਬੜੀਆਂ ਅਜੀਬ ਹੈ। ਆਸੇ ਦਾ ਮਾਇਆ ਮਛੰਦਰ ਹੋਇਆ, ਗਾਂ ਗੋਰਖ ਹੋਇਆ, ਸਾਰੇ ਦੇਹ 'ਚ ਗੁਰੂ ਹੋਏ, ਰਿਸ਼ੀ ਮੁਨੀਆਂ ਦੇ ਗੁਰੂ ਹੋਏ ਸਾਰੇ, ਨਾਰਦ ਮੁਨੀ ਗੁਰੂ ਹੋਇਆ ਸਾਰੇ ਦੇਹ 'ਚ। ਤੂੰ ਅਜੀਬ ਕਹਿਣਾ ਵੀ ਮੇਰੇ ਗੁਰੂ ਦੀ ਦੇਹ ਨਹੀਂ ਹੈ। ਉਹ ਕਹਿੰਦੇ ਨਹੀਂ ਮੇਰੇ ਗੁਰੂ ਦੀ ਦੇਹ ਨਹੀਂ ਹੈ। ਕਹਿੰਦੇ ਇਹ ਕੀ ਗੱਲ ਹੈ, ਉਹ ਤੇਰਾ ਗੁਰੂ ਫਿਰ ਕੌਣ ਹੋਇਆ? ਉਹਨਾਂ ਨੇ ਫਿਰ ਕਿਹਾ ਸ਼ਬਦ ਗੁਰੂ ਸੁਰਤੇ ਧੰਨੇ ਚੇਲਾ। ਇਹੋ ਸਿੱਧ ਗੋਸ਼ਟ ਦੇ ਵਿੱਚ ਇੱਥੇ ਆਣ ਕੇ ਉਹਨਾਂ ਨੂੰ ਇੰਨਾ ਪਿਆਰ ਪੈ ਗਿਆ ਵੀ ਮਹਾਰਾਜ ਕਿ ਤੇਰੀਆਂ ਉਮਰ ਤੇਰੀ ਛੋਟੀ, ਅਸੀਂ ਕਈ ਸਾਲਾਂ ਦੇ ਖੁੰਡ ਜੋਗੀ ਬੈਠੇ ਹਾਂ, ਸਾਨੂੰ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ, ਪਰ ਸਾਨੂੰ ਦੱਸ ਹੁਣ ਭਈ ਇਹ ਅਸੀਂ ਉਹ ਬਾਹਰ ਜਿਹਨਾਂ ਪਹਿਲੀ ਠੋਕਰ ਮਾਰੀ ਭਈ ਇਸ ਤਰ੍ਹਾਂ ਨਾ ਔਖੇ ਹੋਵੋ, ਸਾਡਾ ਕੀ ਆ, ਮੇਰੇ ਸਤਿਗੁਰ ਨੂੰ ਸਮਝੋ ਜਿਹਦਾ ਮੈਂ ਸਿੱਖ ਹਾਂ। ਤਾਂ ਉਹ ਕਹਿੰਦਾ ਆ ਜੋਗ ਲਾਓ, ਔਰ ਲਾਈਨ ਹੈ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ, ਹੇ ਵਿੱਚੇ ਹੋਵੇ ਮੁਕਤ, ਹੇ ਵਿੱਚੇ ਹੋਵੇ ਮੁਕਤ। ਪਰ ਤੈਨੂੰ ਉਸ ਸਤਿਗੁਰ ਨੂੰ ਭੇਟਣਾ ਪੈਣਾ ਹੈ ਜਿਹਦੀ ਦੇਹ ਨਹੀਂ ਹੈ। ਨਾਨਕ ਸਤੇ ਗੁਰ ਭੇਟੀਏ, ਭੇਟੀਏ ਨਹੀਂ ਹੈ ਨਾ, ਇਹ ਹੈ ਭੇਟ ਐ, ਭੇਟ ਕੇ। ਭੇਟਾਂ ਕਿ ਉਹਨੂੰ ਸਿਆਰੀ ਹੈ, ਅੱਗੇ ਦੋ ਲਾਵਾਂ ਭੇਟ ਐ ਭੇਟ ਕੇ। ਨਾਨਕ ਸਤੇ ਗੁਰ ਭੇਟ ਐ, ਇਹ ਨਾਨਕ ਸਤੇ ਗੁਰ। ਨਾਨਕ ਸਤਿਗੁਰ ਨਹੀਂ ਹੈ, ਬਸ ਇੱਥੇ ਹੀ ਹੈ, ਇੱਥੇ ਹੀ ਮੋੜ ਹੈ। ਕਹਿੰਦੇ ਜਿਹੜੇ ਸਤਿਗੁਰ ਨੂੰ ਬਾਬੇ ਨਾਨਕ ਦੇ ਸਤਿਕਾਰ ਪਿਆਰ 'ਚ ਪਤਾ ਨਹੀਂ ਕੀ ਕੁਛ ਹੋ ਰਿਹਾ, ਉਹਨੂੰ ਰੱਬ ਬਣਾਤਾ, ਉਹਨੂੰ ਸਭ ਕੁਛ ਬਣਾਤਾ। ਗੁਰੂ ਮਹਾਰਾਜ ਕਹਿੰਦੇ ਆ ਨਾਨਕ ਸ਼ਾਹ ਪਾ ਉੱਥੇ, ਮੈਨੂੰ ਨਹੀਂ, ਮੈਂ ਆਪਣਾ ਆਪ ਪਟਾਉਣ ਨਹੀਂ ਆਇਆ, ਮੈਂ ਆਪਣਾ ਪੁਜਾਉਣ ਨਹੀਂ ਆਇਆ। ਨਾਨਕ ਸਤਿਗੁਰ ਭੇਟਿਆ, ਜਿਹੜਾ ਮੇਰਾ ਸਤਿਗੁਰ ਅਨ ਭੇਟ ਕੇ। ਨਾਨਕ ਸਤਿਗੁਰ ਭੇਟਿਆ, ਏ ਪੂਰੀ ਹੋਵੇ ਜੁਗਤ, ਏ ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ, ਹੇ ਵਿੱਚੇ ਵਿੱਚੇ ਵੀ ਇਹ ਤੂੰ ਸਾਰੇ ਐਕਸ਼ਨ ਕਰ, ਉਹਨਾਂ ਦੇ ਵਿੱਚ ਹੀ ਤੇਰੀ ਮੁਕਤੀ ਹੋ ਜੂ। ਪਰ ਔਖਾ ਨਾ ਹੋ। ਇੱਥੇ ਆਣ ਕੇ ਜੋਗੀਆਂ ਨੂੰ ਸੱਟ ਲਾਈ। ਸਹਿਜ ਪਾਏ ਮਿਲੀਐ ਸੁਖ ਹੋਵੇ, ਇਹ ਸਹਿਜ ਮਾਰ ਗਿਆ ਗੁਰੂ ਨਾਨਕ ਦਾ। ਜੇ ਸੂਰਜ ਚੜੂਗਾ ਤੇ ਹੌਲੀ ਹੌਲੀ ਚੜੂਗਾ, ਯਕਤ ਲਖਤ ਨਹੀਂ। ਦੁਪਹਿਰ ਆਣ ਕੇ ਤੇ ਟੋਟਰ ਭੰਨ ਛੱਡਦਾ ਬੰਦੇ ਦੇ ਵੀ ਇੰਨੀ ਛੇਤੀ ਗਰਮੀ ਨਹੀਂ ਹੁੰਦੀ। ਪਹਿਲਾਂ ਸੂਰਜ ਚੜੀ ਥੋੜ੍ਹੀ ਥੋੜ੍ਹੀ ਗਰਮ, ਡੁੱਬਣ ਲੱਗਾ ਵੀ ਹੌਲੀ ਹੌਲੀ ਡੁੱਬੂ। ਮੌਸਮ ਹੌਲੀ ਹੌਲੀ ਬਦਲਣਗੇ। ਮੌਸਮ ਜੋ ਹੈ ਮੇਵਾ ਹੈ ਹੌਲੀ ਹੌਲੀ ਪੱਕੂਗਾ। ਆ ਮਾਰ ਗੁਰੂ ਨਾਨਕ ਨੇ ਤੋਰਿਆ ਸੀ। ਸਹਿਜ ਪਾਏ ਮਿਲਿਐ ਸੁਖ ਹੋਵੇ,
सहज पाए मिलिए सुख होवे। गुरमुखे जागे नींद ना सोवे। ਇਹ ਵੀ ਗੁਰਮੁਖੀ ਰਾਸਤਾ ਐਸਾ ਵੀ ਅਸੀਂ ਸਾਰੀ ਰਾਤ ਕੀਰਤਨ ਕਰੀ ਜਾਣਾ, ਸੌਣਾ ਹੀ ਨਹੀਂ ਹੈ, ਜਾਂ ਸਾਰੀ ਰਾਤ ਭਜਨ ਕਰੀ ਜਾਣਾ। ਸੌਣਾ ਇੱਥੇ ਨੀਂਦ ਹੈ, ਮਨ ਦਾ ਸੌਣਾ। ਇਸ ਕਰਕੇ ਜਿਹੜਾ ਮਨ ਦਾ ਸੌਣਾ, ਸਰਵਣ ਸੋਏ, ਸਰਵਣ ਸੋਏ ਸੁਣ ਨਿੰਦ ਵਿਚਾਰ। ਸਾਡੇ ਜਿਹੜੇ ਇੰਦਰੇ ਆ, ਸਾਰੇ ਕੰਨ ਹੈ, ਸੌ ਜਾਂਦੇ ਹੈ ਨਿੰਦਿਆ ਚੁਗਲੀ ਸੁਣ ਸੁਣ ਕੇ। ਰਸਨਾ ਸੋਈ ਲੋਭ ਮੀਠੇ ਸਾਧ। ਰਸਨਾ ਸੌ ਜਾਂਦੀ ਹੈ ਮਿੱਠੇ ਦੇ ਸਵਾਦ ਲੈ ਲੈ ਕੇ। ਕੰਨ ਸੌ ਜਾਂਦੇ ਹੈ, ਜੀਭ ਸੌ ਜਾਂਦੀ ਹੈ, ਸਾਡੇ ਜਿਹੜੇ ਇੰਦਰੇ ਸੌ ਜਾਂਦੇ ਹੈ ਨਾ, ਬੰਦਾ ਜਾਗਦਾ ਮਨ ਵੀ ਸੌ ਜਾਂਦਾ। ਔਰ ਮਨ ਤੇ ਐਸਾ ਬੇਹੋਸ਼ ਹੋ ਜਾਂਦਾ ਨਾ, ਉਹ ਸ਼ਬਦ 'ਚ ਕਿਹਾ ਮੱਲੇ ਪੰਜਵੇਂ ਨਾ, ਮਨ ਸੋਇਆ ਮਾਇਆ ਵੇ ਸਮਾਧ। ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਰਹੇ। ਇਸ ਕਰਕੇ ਇੰਦਰੀਆਂ ਨੂੰ ਜਗਾਉਣਾ ਹੈ ਇਹ ਸੁੱਤੇ ਪਏ ਸਵਾਦਾਂ 'ਚ ਔਰ ਇਹਨਾਂ ਚੀਜ਼ਾਂ 'ਚ। ਅਤੇ ਮਨ ਸੋ ਬੇਹੋਸ਼ ਪਿਆ ਅੰਦਰ, ਉਹਨੂੰ ਤਾਂ ਸੁਰਤੀ ਕੋਈ ਨਹੀਂ। ਕਹਿੰਦੇ ਮਨ ਨੂੰ ਜਗਾਉਣਾ ਔਰ ਮਨ ਦਾ ਸੌਣਾ ਨਾ ਹੋਵੇ, ਅਤੇ ਇਹ ਗੁਰਮੁਖੀ ਰਾਸਤਾ ਹੈ ਵੀ ਭੈੜੀਆਂ ਆਦਤਾਂ ਔਗਣ ਛੱਡ। ਇਹੋ ਰਾਸਤਾ ਹੈ ਗੁਰਮੁਖੀ ਜਾਗੈ ਨੀਂਦ ਨਾ ਸੋਵੈ। ਗੁਰਮੁਖੀ ਜਾਗੈ ਨੀਂਦ ਨਾ ਸੋਵੈ। ਮਨ ਦਾ ਜਾਗਣਾ ਹੈ। ਗੁਰਮੁਖੀ ਜਾਗੈ ਨੀਂਦ ਨਾ ਸੋਵੈ। ਗੁਰਮੁਖੀ ਜਾਗੈ ਨੀਂਦ ਨਾ ਸੋਵੈ। ਉਹ ਕੀ ਸਹਿਜ ਪਾਏ ਮਿਲਿਐ ਸੁਖ ਹੋਵੇ। ਸਹਿਜ ਪਾਏ ਮਿਲਿਐ ਸੁਖ ਹੋਵੇ। ਗੁਰਮੁਖੀ ਜਾਗੈ ਨੀਂਦ ਨਾ ਸੋਵੈ। ਗੁਰਮੁਖੀ ਜਾਗੈ ਨੀਂਦ ਨਾ ਸੋਵੈ। ਸੁਨ ਸ਼ਬਦ ਅਪਰੰਪਰੇ ਧਾਰੈ। ਸੁਨ ਸ਼ਬਦ ਅਪਰੰਪਰੇ ਧਾਰੈ। ਬਸ ਸੁਣ ਦੀ ਅਵਸਥਾ ਗਾਂ ਜਦੋਂ ਅੰਦਰ ਚੜ੍ਹਾਈ ਹੋ ਜਾਂਦੀ ਹੈ। ਔਰ ਸ਼ਬਦ ਹੀ ਐਸੀ ਚੀਜ਼ ਹੈ ਜਿਹੜੀਆਂ ਸਭ ਕਰਾਮਾਤਾਂ। ਨਾਨਕ ਸ਼ਬਦ ਅਪਾਰ ਜਿਹਨੇ ਸਭ ਕੁਛ ਸਾਰਿਆ। ਇਹ ਸ਼ਬਦ ਦੀ ਵੈਲਿਊ ਸਿੱਧਾ ਨੂੰ ਪਤਾ ਲੱਗੀ, ਬਾਬਾ ਤੇਰਾ ਸ਼ਬਦ ਧੰਨ ਹੈ, ਤਾਂ ਸ਼ਬਦ ਹੀ ਸ਼ਬਦ ਆਏਗਾ ਸਾਡੀ ਬਾਣੀ 'ਚ। ਇਸ ਕਰਕੇ ਸੁਣ ਦੀ ਅਵਸਥਾ ਸ਼ਬਦ ਅਪਰੰਪਰੇ ਧਾਰੈ। ਔਰ ਕਹਿਤੇ ਮੁਕਤ ਸ਼ਬਦੇ ਨਿਸਤਾਰੈ ਜਾਏਗਾ। ਇੱਥੇ ਪਹਿਲਾਂ ਸ਼ਬਦ ਦੱਦੇ ਨੂੰ ਔਂਕੜ ਹੈ, ਦੂਸਰੇ ਨੂੰ ਦੱਦੇ ਨੂੰ ਸਿਹਾਰੀ ਹੈ। ਜੇ ਨਾ ਦੋਨਾਂ ਬੁਲਾਵਾਂਗੇ ਅਰਥਾਂ ਦੇ ਅਨਰਥ ਹੋ ਜਾਣ। ਇਹ ਫਾਲਤੂ ਨਹੀਂ ਲਾਈਆਂ। ਪਹਿਲਾ ਸ਼ਬਦ ਹੈ, ਦੂਸਰਾ ਸ਼ਬਦੇ ਹੈ। ਇਸ ਕਰਕੇ ਸ਼ਬਦ ਦੇ ਨਾਲ ਹੀ ਨਿਸਤਾਰਾ ਹੋਣਾ। ਸੁਣ ਸ਼ਬਦ ਅਪਰੰਪਰੇ ਧਾਰੈ। ਸੁਣ ਸ਼ਬਦ ਅਪਰੰਪਰੇ ਧਾਰੈ। ਕਹਿਤੇ ਮੁਕਤ ਸ਼ਬਦੇ ਨਿਸਤਾਰੈ। ਆਹ ਜਿਹੜੇ ਇਸ ਸ਼ਬਦ ਨੂੰ ਕਹੀ ਜਾਂਦਾ, ਜਪੀ ਜਾਂਦਾ, ਕਹਿ ਕੇ ਜਪੀ ਜਾਂਦਾ, ਉਹਦਾ ਨਿਸਤਾਰਾ ਹੋ ਜਾਣਾ। ਕਹਿਤੇ ਮੁਕਤ ਸ਼ਬਦੇ ਨਿਸਤਾਰੈ। ਕਹਿਤੇ ਮੁਕਤ ਸ਼ਬਦੇ ਨਿਸਤਾਰੈ। ਆ ਅੱਗੇ ਆਣ ਕੇ ਫਿਰ ਤੈਨੂੰ ਦੀਖਿਆ ਵੀ ਮਿਲ ਜਾਏਗੀ। ਗੁਰ ਕੀ ਦੀਖਿਆ ਸੇ ਸੱਚੇ ਰਾਤੇ। ਗੁਰ ਕੀ ਦੀਖਿਆ ਸੇ ਸੱਚੇ ਰਾਤੇ। ਨਾਨਕ ਆਪ ਗਵਾਏ ਮਿਲਨ ਨਹੀਂ ਪ੍ਰਾਤੇ। ਨਾਨਕ ਆਪ ਗਵਾਏ ਮਿਲਨ ਨਹੀਂ ਪ੍ਰਾਤੇ। ਗੁਰ ਕੀ ਗੁਰ ਕੀ ਗੁਰ ਕੀ। ਹੁਣ ਜੇ ਗੁਰੂ ਨਾ ਕੀਤਾ ਉਹਦੇ ਦੀਖਿਆ ਕਿ ਲਓ। ਘੁੱਗੂ ਜਪ ਲਓਗੇ ਜੇ ਤੁਸੀਂ ਗੁਰਮੰਤਰ ਲਿਆ ਹੀ ਨਹੀਂ ਤੇ। ਸੁਣੇ ਸੁਣਾਏ ਕੰਮ ਨਹੀਂ ਹੋਣਾ। ਗੁਰੂ ਦੀ ਰਸਮ ਹੈ ਇੱਕ। ਜਿੱਦਾਂ ਕਿਸੇ ਨੇ ਡਿਗਰੀ ਲੈਣੀ ਹੋਏ ਉਹਨੂੰ ਉਹ ਸਾਰੀ ਰਸਮ ਕਰਨੀ ਪੈਂਦੀ। ਡਿਗਰੀ ਹੈ ਸਾਰੇ। ਇਹ ਐਡਾ ਵੱਡਾ ਪਰਮੇਸ਼ਰ ਦਾ ਨਾਮ ਮਿਲਣਾ ਹੈ ਵੀ ਕੀ ਜਪਣਾ ਤੂੰ। ਗੁਰੂ ਇਸੇ ਕਰਕੇ 9 ਪਾਤਸ਼ਾਹੀਆਂ ਦੇਹ 'ਚ ਆਈਆਂ ਸੀ। ਔਰ ਦੇਹ ਦੀਖਿਆ ਦੇ ਸਕਦੀ ਹੈ। ਔਰ ਜਿਹੜਾ ਗਿਆਨ ਹੈ ਉਹ ਅੱਖਰੀ ਗਿਆਨ ਹੁੰਦਾ ਹੈ। ਉਹ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਸਾਰਾ ਗਿਆਨ ਹੈ। ਅੱਖਰ ਗਿਆਨ ਔਰ ਦੀਖਿਆ ਦੇਣ ਲਈ ਮਹੱਲੇ 9ਵੇਂ ਔਰ ਹੁਣ ਵੀ ਸਾਡੀ ਚੱਲਦੀ ਹੈ। 5 ਪਿਆਰੇ 5 ਸਿੱਖ ਉਹਦੀ ਉਹ ਦੇਹ 'ਚ ਨੇ, ਉਹ ਦਿੰਦੇ ਨੇ। ਉਸ ਤੋਂ ਬਾਅਦ ਜਿਹੜਾ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਾਮ ਜਪਣਾ ਹੈ। ਜੋ ਉਹਦੇ 'ਚ ਲਿਖਿਆ ਵੀ ਨਾਮ ਐਂਡ ਓਨਲੀ ਨਾਮ ਦੀਖਿਆ ਦੇਣੀ ਚਾਹੀਦੀ ਹੈ। ਬਾਕੀ ਜੋ ਦਰੜਾਉਂਦੇ ਆ ਪਿਆਰ ਸਤਿਕਾਰ 'ਚ ਕਈ ਕੁਛ ਹੋ ਰਿਹਾ, ਲੇਕਿਨ ਸਿਰਫ ਨਾਮ ਜਪਾਉਣਾ ਜਪਣਾ ਜਾਂ ਨਾਮ ਜਪਣਾ ਕਿੱਦਾਂ ਹੈ, ਇਹ ਦੀਖਿਆ ਸਿਰਫ ਨਾਮ ਦੀ ਮਿਲਦੀ ਸੀ। ਇਸ ਕਰਕੇ ਮਹਾਰਾਜ
ਉਹਦੇ ਤੇ ਅਸੀਂ ਸੱਟ ਮਾਰ ਰਹੇ ਹਾਂ ਵੀ ਗੁਰ ਕੀ ਦੀਖੇ ਸੇ ਸੱਚੇ ਰਾਤੇ, ਗੁਰ ਕੀ ਦੀਖਿਆ ਸੇ ਸੱਚੇ ਨਾਨਕ ਆਪ ਗਵਾਏ ਮਿਲਣ ਨਹੀਂ ਭਰਾਂਤੇ, ਨਾਨਕ ਆਪ ਗਵਾਏ ਮਿਲਣ ਨਹੀਂ ਭਰਾਂਤੇ। ਅਸੀਂ ਅਗਲਾ ਸ਼ਬਦ ਬੜਾ ਇੰਪੋਰਟੈਂਟ ਚੱਕ ਰਹੇ ਹਾਂ ਵੀ ਕਹਿੰਦੇ ਜੀ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਪਹਿਲਾਂ ਹੈ ਹੀ ਨਹੀਂ ਸੀ ਪਿਛਲੇ ਯੁੱਗਾਂ ਦੇ ਵਿੱਚ, ਤੇ ਸਾਰਾ ਇਹਦਾ ਗਿਆਨ ਲੈਣਾ ਜ਼ਰੂਰੀ ਹੈ। ਔਰ ਜਦੋਂ ਇਹ ਨਹੀਂ ਸੀ ਐਡੀ ਬਾਣੀ ਸਾਰੀ ਪਿੱਛੇ ਲੋਕ ਕਿੱਦਾਂ ਤਰਦੇ ਸੀ। ਅਸੀਂ ਇੱਕ ਐਡੀ ਵੱਡਾ ਪੋਲ ਖੋਲ੍ਹ ਰਹੇ ਹਾਂ ਕ੍ਰਿਟਿਸਿਜ਼ਮ ਵਾਲਿਆਂ, ਜਿਹੜਾ ਇਸ 'ਤੇ ਸਾਡੀ ਇਸ 'ਤੇ ਆਉਂਦੇ ਨੇ ਜੀ ਵੀ ਗਿਆਨ ਦੀ ਬਾਣੀ ਦੀ ਵੀ ਲੋੜ ਹੈ। ਅਸੀਂ ਕਹਿੰਦੇ ਬਾਣੀ ਸੋਮਾ ਹੈ, ਬਾਣੀ ਮਦਰ ਹੈ ਸਾਡੀ, ਬਾਣੀ ਕੋਲੋਂ ਹੀ ਗਿਆਨ ਲੈ ਕੇ ਅਸੀਂ ਨਾਮ ਜਪ ਸਕਦੇ ਹਾਂ, ਨਹੀਂ ਤਾਂ ਹੋਰ ਰਾਸਤਿਆਂ 'ਤੇ ਪੈ ਜਾਵਾਂਗੇ। ਇਸ ਕਰਕੇ ਬਾਣੀ 'ਚ ਉਹ ਅਸੂਲ ਮਿਲ ਰਿਹਾ ਹੈ ਵੀ ਜਿੰਨੀ ਚਿਕਰ ਤੂੰ ਬਾਣੀ ਦਾ ਗਿਆਨ ਨਹੀਂ ਲਏਗਾ ਅਗਲੇ ਖੰਡ ਨਹੀਂ ਲੰਘ ਸਕਦਾ। ਗਿਆਨ ਖੰਡ ਤੇ ਦੂਸਰਾ ਹੀ ਖੰਡ ਹੈ। ਪਹਿਲਾ ਖੰਡ ਆ ਧਰਤੀ ਦੇ ਉੱਤੇ ਜਿਹੜਾ, ਦੂਸਰਾ ਖੰਡ ਗਿਆਨ ਖੰਡ ਆ, ਹਾਲੇ ਤੇ 3 ਖੰਡ ਹੋਰ ਹੈ। ਉਹਦੀ ਅੰਦਰ ਚੜ੍ਹਾਈ ਕਿੱਦਾਂ ਕਰੇਗਾ? ਗਿਆਨ 'ਚ ਹੀ ਖੰਡ 'ਚ ਹੀ ਆ ਬੈਠੇ ਆ ਸਾਰੇ, ਬ੍ਰਹਮਾ ਵਿਸ਼ਨ ਮਹੇਸ਼ ਸਾਰੇ, ਕ੍ਰਿਸ਼ਨ ਮਹਾਰਾਜ ਗੀਤਾ ਵਾਲੇ ਆ, ਬੁੱਧ ਸੁੱਧ ਜਿੰਨੇ ਸਭ ਗਿਆਨ ਖੰਡ ਪੜ੍ਹੋ। ਇਹ ਸਪਿਰਿਚੁਅਲ ਸਟੇਜ ਹੈ ਜਿੱਥੇ ਉਹ ਚੜ੍ਹ ਗਏ ਆ ਸਾਰਾ, ਲੇਕਿਨ ਉੱਥੇ ਗਾਂ ਅਗਲੇ 3 ਖੰਡ ਅਗਾਂਹ ਭਗਤਾਂ ਦਾ ਖੰਡ ਕਰਮ ਖੰਡ ਆਉਂਦਾ। ਇਸ ਕਰਕੇ ਸੱਚ ਖੰਡ ਨਹੀਂ ਹੈ, ਸੱਚ ਖੰਡੇ ਹੈ। 4 ਹੀ ਖੰਡ ਹੈ, 5 ਖੰਡ ਨਹੀਂ ਹੈ। ਅਗਲਾ ਖੰਡ ਜਿਹੜਾ ਸੱਚ ਖੰਡ ਨਹੀਂ ਹੈ ਉਹ ਸੱਚ ਖੰਡੇ ਹੈ। ਖੰਡੇ ਮੈਨੇ ਹਿਰਦਾ, ਉਹ ਇੰਨਾ ਗਿਆਨ ਪਾ ਕੇ ਸਾਰੇ ਕਰਮ ਖੰਡ ਵਾਲੇ ਭਗ ਸਾਰੇ ਉਹ ਰੱਬ ਹਿਰਦੇ 'ਚ ਹੀ ਆ ਜਾਂਦਾ। ਇਸ ਕਰਕੇ ਸੱਚ ਖੰਡੇ ਵਸੇ ਨਿਰੰਕਾਰ, ਉਹ ਹਿਰਦੇ 'ਚ ਹੀ ਵਸ ਜਾਂਦਾ ਆਣ ਕੇ। ਖੰਡ ਨਹੀਂ ਆ ਜਾ ਕੇ ਆਹ ਸਿਹਾਰੀ ਖੋਲ੍ਹਦੀ ਹੈ, ਬਾਕੀ ਖੰਡ ਨੇ ਉਹ ਖੰਡੇ ਹੈ। ਇਸ ਕਰਕੇ ਹਿਰਦੇ 'ਚ ਰੱਬ ਆ ਜਾਂਦਾ। 4 ਹੀ ਖੰਡ ਹੈ, 4 ਹੀ ਸਹਿਜ ਦੀਆਂ ਅਵਸਥਾ, 4 ਹੀ ਲਾਵਾਂ ਹੈ, 4 ਹੀ ਦਸ਼ਾ ਹੈ, 4 ਹੀ ਮਤਲਬ ਐਸੀਆਂ ਇੰਪੋਰਟੈਂਟ ਚੀਜ਼ਾਂ ਹੈ ਵੀ ਇਹ ਜਿਹੜੀਆਂ 4-5 ਖੰਡ ਨਹੀਂ ਹੈ, 4 ਖੰਡ ਹੈ, 5ਵਾਂ ਖੰਡੇ ਹੈ। ਹਿਰਦੇ 'ਚ ਹੀ ਰੱਬ ਆ ਜਾਂਦਾ। ਜਿਸ ਠਾਕਰ ਕੋ ਸੁਣਤ ਅਗਾਧ ਬਹੁਤ ਸੋ ਹਿਰਦੇ ਗੁਰੇ ਦਿਆ। ਇਸ ਕਰਕੇ ਉਹ ਖੰਡ ਨਹੀਂ ਹੈ, ਖੰਡੇ ਹੈ। ਇਸੇ ਕਰਕੇ ਅਸੀਂ ਬਾਣੀ ਦੇ ਦਰਸ਼ਨ ਸ਼ੁੱਧ ਪੜ੍ਹ ਰਹੇ ਹਾਂ ਜਿੰਨੀ ਵੀ ਹੋ ਸਕੇ, ਪਰ ਬਾਣੀ ਅਥਾਹ ਹੈ। ਕਦੀ ਨਾ ਮਾਰੇ ਵੀ ਮੈਨੂੰ ਸਮਝ ਆ ਗਈ ਹੈ, ਨਹੀਂ। ਮਨ ਮਤ ਤੂੰ ਮਾਨ ਕਰ, ਹਉ ਕਿਸੇ ਜਾਣਦਾ ਗੁਰਮੁਖੇ ਨਿਮਾਣਾ ਹੋਏ। ਐਡਾ ਵੱਡਾ ਗਿਆਨ ਹੈ। ਜਿੰਨੀ ਕੁ ਮਹਾਰਾਜ ਸੰਗਤ 'ਚ ਬੈਠ ਕੇ ਸੋਝੀ ਦਿੰਦਾ, ਉਹ ਬਾਣੀ ਨੂੰ ਬਾਣੀ ਰਾਹੀਂ ਖੋਲ੍ਹੋ, ਕਿਸੇ ਕਹਾਣੀ ਰਾਹੀਂ ਨਾ ਖੋਲ੍ਹੋ। ਇਸ ਕਰਕੇ ਬਾਣੀ ਕਿਸੇ ਦੀ ਕਿਤਾਬ ਲਿਖੇ ਦੇ ਮੁਤਾਬਕ ਨਾ ਖੋਲ੍ਹੋ। ਜੋ ਬਾਣੀ ਦੇ ਸ਼ਬਦ ਆ ਉਹਨਾਂ ਨੂੰ ਮਿਹਨਤ ਕਰਕੇ ਤੁਹਾਨੂੰ ਇੱਕ ਸਾਂਝਾ ਤੰਦ ਮਿਲੇਗਾ ਵੀ ਉਹ ਕੀ ਹੈ, ਵੀ ਇਸ ਬਾਣੀ ਬਗੈਰ ਤੂੰ ਗਿਆਨ ਨਹੀਂ ਪਾ ਸਕਦਾ, ਔਰ ਗਿਆਨ ਬਗੈਰ ਤੂੰ ਗੁਰੂ ਕੋਲੋਂ ਦੀਖਿਆ ਨਹੀਂ ਲੈ ਸਕਦਾ। ਗੁਰੂ ਦਾ ਪਹਿਲਾ ਕੰਮ ਹੈ ਗਿਆਨ ਦੇਣਾ। ਇਸੇ ਕਰਕੇ ਗੁਰੂ ਦਸਮ ਪਾਤਸ਼ਾਹ ਨਾ ਸਾਫ਼ ਕਹਿਤਾ ਗਿਆਨ ਗੁਰੂ, ਔਰ ਉਹ ਵੀ ਗੁਰੂ ਗਿਆਨ ਸਮਝਾਵੇ, ਹੋਰ ਕੋਈ ਪੋਲੀਟਿਕ ਜਾਂ ਹੋਰ ਦੁਨੀਆ ਦੀਆਂ ਗੱਲਾਂ ਨਾ ਗਿਆਨ ਦੇਵੇ। ਕੀ ਗਿਆਨ ਦੇਵੇ? ਗਿਆਨ ਗੁਰੂ ਆਤਮ ਉਪਦੇਸ਼, ਆਤਮਾ ਸੋਲ ਨੂੰ ਪੈਦਾ ਦੱਸ। ਆਤਮਾ ਸਾਡੇ ਅੰਦਰ ਆ, ਉਹ ਦਸਮ ਪਾਤਸ਼ਾਹ ਲਿਖੇ ਗਿਆਨ ਗੁਰੂ ਆਤਮ ਉਪਦੇਸੇ ਨਾਮ ਭਪੂਤ ਲਗਾਓ, ਅਲਪ ਹਾਰ ਸੁਲਭ ਸੀ ਨਿੰਦਰਾ। ਇਹ ਦਸਮ ਪਾਤਸ਼ਾਹ ਦੀ ਐਸੀ ਬਾਣੀ ਹੈ ਜਿਹੜੀ ਡਿਸਿਪਲਿਨ ਮਿਲਦੀ ਹੈ ਵੀ ਗਿਆਨ ਗੁਰੂ ਬਗੈਰ ਨਹੀਂ ਆ ਸਕਦਾ। ਅਤੇ ਇਸ ਕਰਕੇ ਅਸੀਂ ਉਹ ਲਾਈਨ ਚੱਕਣ ਲੱਗੇ ਹਾਂ। ਸ਼ਬਦ ਹੈ ਮਹੱਲੇ 5ਵੇਂ ਦਾ ਗੁਰੂ ਅਰਜਨ ਦੇਵ ਜੀ ਦਾ, ਔਰ ਐਸਾ ਅਜੀਬ ਸ਼ਬਦ ਹੈ। ਸਾਰਾ ਸ਼ਬਦ ਅਸੀਂ ਫੇਰ ਪੜ੍ਹਾਂਗੇ। ਪਹਿਲਾਂ ਜਿਹੜੀ ਹਾਈਲਾਈਟ ਕੀਤੀ ਹੈ ਅਸੀਂ ਉਹ ਤੁਕ ਚੱਕਦੇ ਹਾਂ। ਬਿਨ ਗੁਰ ਦੀਖਿਆ ਕੈਸੇ ਗਿਆਨ, ਇਹ ਬਿਨ ਗੁਰ ਦੀਖਿਆ। ਜੇ ਦੀਖਿਆ ਨਹੀਂ ਲਈ ਤੈਨੂੰ ਗਿਆਨ ਨਹੀਂ ਆਉਣਾ। ਆਪਣੇ ਆਪ ਤੋਂ ਸੁਣੇ ਸੁਣਾਏ ਆਲੇ ਦੁਆਲੇ ਜੋ, ਗੁਰੂ ਬਗੈਰ ਗਤੀ ਨਹੀਂ ਹੈ। ਇਸ ਕਰਕੇ ਗਿਆਨ ਦਾ ਸੋਮਾ ਗੁਰੂ ਹੈ। ਉਹ ਤੈਨੂੰ ਦੇ ਕਿੱਦਾਂ ਜਪਣਾ ਹੈ, ਕੀ ਚੀਜ਼ ਹੈ, ਗਾਂ ਤੇਰੀ ਹਰ ਸਟੇਜ ਦੇ ਉੱਤੇ ਰੱਖਿਆ ਕਰੇਗਾ। ਜਿੱਦਾਂ ਦਾ ਗੁਰੂ ਕਰੇਗਾ ਉੱਦਾਂ ਦੀ ਗਾਈਡੈਂਸ ਹੋਏਗੀ। ਜਾਂ ਪਿਛਲੇ ਸ਼ਬਦ ਲੈ ਚੁੱਕੇ ਹਾਂ ਪਿਛਲੀ 'ਚ, ਜੇ ਅੰਨਾ ਗੁਰੂ ਕਰ ਲਿਆ ਤਾਂ ਅੰਨਾ ਹੀ ਸਾਰੀ ਉਮਰ ਰਹੇਗਾ। ਅੰਦਰੇ ਗੁਰੂ ਦਾ ਅੰਧਾ ਗਿਆਨ ਹੁੰਦਾ। ਇਸ ਕਰਕੇ ਮਹਾਰਾਜ ਨਾ ਬਾਬੇ ਨਾਨਕ ਦੀ ਤੁਕ ਸਦਾ ਯਾਦ ਰੱਖੋ, ਅੰਨਾ ਆਗੂ ਸਾਥ ਮੁਹਾਵਾ। ਜੇ ਕੋਈ ਰਾਹ ਭੁੱਲ ਜਾਂਦੇ, ਰਾਹੀ 4-5 ਟੋਲੀ ਪਿਛਲੀ ਪੈਂਡਾ ਕਰਦੇ ਸੀ, ਰਾਹ ਜੰਗਲ ਆਉਂਦੇ ਸੀ, ਲੁਟੇਰੇ ਆਉਂਦੇ ਸੀ, ਸਭ ਕੋਈ ਡਾਕੂ ਮਿਲਦੇ ਸੀ,
ਉਹ ਫਿਰ ਇੱਕ ਰਾਹ ਆ ਗਿਆ, ਕਹਿੰਦਾ ਤੁਹਾਨੂੰ ਮੈਂ ਦੱਸਦਾ ਰਾਹ, ਤੁਸੀਂ ਐਸ ਰਾਸਤੇ ਜਾਇਓ, ਤੁਹਾਨੂੰ ਡਾਕੂ ਨਾ ਮਿਲਣੇ, ਤੁਸੀਂ ਐਨ ਸੇਫ ਆਪਣੇ ਘਰ ਪਹੁੰਚ ਜਾਓਗੇ। ਉਹ ਸੀ ਗਿਆਨ ਵੱਲੋਂ ਅੰਨਾ, ਉਹਨੂੰ ਰਾਹ ਦਾ ਆਪ ਨਹੀਂ ਸੀ ਪਤਾ। ਤੋ ਅੰਧਾ ਆਗੂ ਸਾਥ ਮੁਹਾਵਾ ਹੈ, ਮੁਹਾਵੇ ਕਹਿੰਦੇ ਲੁੱਟੇ ਜਾਣ ਨੂੰ। ਉਹ ਸਾਥੀ ਉਸ ਰਾਸਤੇ ਪੈ ਗਏ, ਉਹ ਵੀ ਲੁੱਟੇ ਗਏ। ਅੰਧਾ ਆਗੂ ਸਾਥ ਮੁਹਾਵੇ। ਇਸ ਤਰ੍ਹਾਂ ਜਿਹੜਾ ਇਨਸਾਨ ਗੁਰੂ ਕਰਾਂਗੇ ਉਹ ਸਦਾ ਹੀ ਅਧੂਰਾ ਹੁੰਦਾ। ਸਾਰੀ ਬਾਣੀ ਚਾਹੁੰਦਾ ਤੁਮ ਪੂਰੇ ਹਮ ਊਰੇ। ਇਸ ਕਰਕੇ ਬਾਣੀ ਦੇ ਸਾਰੇ ਗਿਆਨ ਦਾ ਉਹ ਸਤਿਗੁਰ ਗਿਆ ਔਰ ਰੱਬ ਮੰਨਿਆ, ਔਰ ਉਹਦੇ ਕੋਲੋਂ ਇਹ ਸਤਿਗੁਰ ਦੀ ਬਾਣੀ ਕੀ ਹੈ? ਸਤਿਗੁਰ ਦੀ ਬਾਣੀ ਹੈ, ਔਰ ਇਹੋ ਹੀ ਗਿਆਨ ਹੈ। ਇਸੇ ਕਰਕੇ ਗੁਰੂ ਰਾਮਦਾਸ ਸਾਹਿਬ ਸਿੱਖਾਂ 'ਚ ਬੈਠ ਕੇ ਐਂ ਲੱਗਦਾ ਜਿੱਦਾਂ ਬੈਠੇ ਹੋਣਾ ਮੰਜੀ ਸਾਹਿਬ ਵਾਲੇ ਸਥਾਨ 'ਤੇ, ਜਿੱਥੇ ਉਹ ਬਾਹਰ ਨਿਕਲ ਕੇ ਘਰਾਂ 'ਚ ਬੈਠਦੇ ਸੀ, ਔਰ ਉੱਥੇ ਸਿੱਖਾਂ ਨੂੰ ਸੰਬੋਧਨ ਕਰਕੇ ਕਹਿ ਰਹੇ ਆ ਸਤਿਗੁਰ ਕੀ ਬਾਣੀ। ਆਪਣੀ ਨਹੀਂ ਕਿਹਾ ਉਹਨਾਂ ਨੇ। ਇਹ ਤੁਕਾਂ ਸਾਡੇ ਲਈ ਲਾਈਟ ਹਾਊਸ ਹੈ। ਗਾਂ ਨੂੰ ਵੀ ਕਿਸੇ ਦਾ ਭੁਲੇਖੇ ਦੂਰ ਕਰਨੇ ਹੋਣ, ਜ਼ਬਾਨੀ ਯਾਦ ਕਰਨੀ ਹੈ ਵੀ ਗੁਰੂ ਰਾਮਦਾਸ ਸਾਹਿਬ ਦੀ ਆਪਣੀ ਤੁਕ ਹੈ, ਵੀ ਮੇਰੀ ਬਾਣੀ ਨਹੀਂ ਹੈ। ਸਤਿਗੁਰ ਕੀ ਬਾਣੀ ਸਤ, ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਮੈਂ ਤੇ ਮੈਸੇਂਜਰ ਹਾਂ, ਪੈਗੰਬਰ ਹਾਂ, ਰਸੂਲ ਹਾਂ, ਔਰ ਮੇਰੇ ਮੂੰਹੋਂ ਜਿਹੜਾ ਗਿਆਨ ਕਢਾ ਰਿਹਾ ਉਹਦਾ ਭੇਜਿਆ। ਸਤਿਗੁਰ ਕੀ ਬਾਣੀ ਸਤ, ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਸ ਕਰਕੇ ਇਸ ਬਾਣੀ ਦੇ ਮੁਤਾਬਕ ਅਸੀਂ ਆਪਣਾ ਜੀਵਨ ਢਾਲਣਾ। ਫੇਰ ਤੁਕ ਦਿੰਦੇ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਜਿੱਦਾਂ ਦਾ ਗੁਰਬਾਣੀ 'ਚ ਗਿਆਨ ਆ ਉੱਦਾਂ ਦਾ ਆਪਣਾ ਜੀਵਨ ਢਾਲੋ। ਇਹ ਹੈ ਵੀ ਸਤਿਗੁਰ ਦੀ ਬਾਣੀ ਤੋਂ ਬਗੈਰ ਜਿਹੜਾ ਗਿਆਨ ਹੈ ਨਾ, ਉਹ ਜਿਹਨੇ ਦੀਖਿਆ ਨਹੀਂ ਲਈ ਉਹਨੂੰ ਇਹ ਸਤਿਗੁਰ ਦੀ ਬਾਣੀ ਦੇ ਗਿਆਨ ਨਹੀਂ ਆ ਸਕਦਾ। ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਗੁਰ ਦੀਖਿਆ। ਆਮ ਵੀ ਕੋਈ ਭਾਈ ਸਾਹਿਬ ਜੀ ਕਵਿਤਾ ਅਸੀਂ ਹੱਡ ਬੀਤੀਆਂ ਤਾਂ ਸੁਣਨਾ ਵੀ ਜਦੋਂ ਅਸੀਂ ਕਵਿਤਾ ਦਾ ਸ਼ੌਕ ਸੀ, ਅਸੀਂ ਵੀ ਕਾਲੇ ਵਰਸੀ ਕਿਸੇ ਨੂੰ ਉਸਤਾਦ ਧਾਰਨਾ ਸੀ। ਉਹ ਮੇਰੇ ਉਸਤਾਦ ਦਾ ਨਾਮ ਮੁਜਰਮ ਸੀ। ਅਸੀਂ ਤੁਸੀਂ ਉਹਨੂੰ ਬੜਾ ਭਾਰਾ ਸ਼ਾਇਰ ਸੀ ਪੰਜਾਬੀ ਦਾ, ਅਸੀਂ ਕਿਹਾ ਵੀ ਇਹਨੂੰ ਧਾਰ ਲਈਏ, ਗੁਰੂ ਧਾਰ ਲਈਏ। ਉਹਦੇ ਕੋਲ ਕੂਜਾ ਮਿਸ਼ਰੀ, 5 ਰੁਪਏ, ਚਿੱਟੀ ਪਗੜੀ, ਹੋਰ ਥੋੜ੍ਹੇ ਜਿਹੀਆਂ ਚੀਜ਼ਾਂ ਐਸੀਆਂ ਲਿਜਾ ਕੇ ਉਹਦੇ ਪੈਰਾਂ 'ਤੇ ਮੱਥਾ ਟੇਕ ਕੇ ਅਤੇ ਮੈਂ ਉਹਨੂੰ ਉਸਤਾਦ ਧਾਰਿਆ ਮੁਜਰਮ ਨੂੰ। ਉਹ ਅਤੇ ਉਹਨੇ ਫਿਰ ਮੈਨੂੰ ਕਿਹਾ, ਕਹਿੰਦਾ, ਔਰ ਉਹਨੇ ਮੇਰਾ ਤਖੱਲਸ ਨਾਜ਼ੁਕ ਰੱਖਿਆ। ਮੈਂ ਸੀ ਜਿਮਨਾਸਟਿਕ ਸਾਰਿਆਂ ਦਾ ਚੈਂਪੀਅਨ ਰੈਡੀ। ਕਹਿੰਦਾ ਤੇਰਾ ਤਖੱਲਸ ਨਾਜ਼ੁਕ ਰੱਖਣਾ। ਮੈਂ ਕਿਹਾ ਚੰਗਾ ਜੀ ਉਸਤਾਦ ਜੀ। ਉਹ ਵਿਚਾਰਾ ਹੁਣ ਮੈਂ ਗਿਆ ਅਤੇ ਦੱਸਿਆ ਉਹਦਾ ਪੁੱਤ ਮਿਲਿਆ, ਕਹਿੰਦਾ ਜੀ ਮੁਜਰਮ ਸਾਹਿਬ ਤੁਹਾਨੂੰ ਬਹੁਤ ਯਾਦ ਕਰਦੇ ਹੁੰਦੇ। ਉਹ ਮੁਜਰਮ ਨੇ ਕਿਹਾ ਪਹਿਲੀ ਲਫ਼ਜ਼ ਵੀ ਬਿਨਾਂ ਰਾਬਰਾਂ ਰਾਹ ਦਾ ਨਹੀਂ ਪਤਾ ਲੱਗਦਾ। ਆ ਗੁਰੂ ਧਾਰਨ ਦੀ ਰਸ ਮੈਂ ਦੇਖਿਆ ਤੇ ਬਿਨਾਂ ਰਾਹਬਰਾਂ ਰਾਹ ਦਾ ਨਹੀਂ ਪਤਾ। ਮੈਨੂੰ ਆਪਣੇ ਉਸਤਾਦ ਦਾ ਹਾਲੇ ਤੱਕ ਸ਼ੇਰ ਯਾਦ ਆ, ਬਿਨਾਂ ਰਾਹਬਰਾਂ ਰਾਹ ਦਾ ਨਹੀਂ ਪਤਾ ਲੱਗਦਾ, ਆਉਂਦਾ ਇਲਮ ਉਸਤਾਦਾਂ ਬਗੈਰ ਕਿੱਥੇ। ਮੁਜਰਮ ਜਿਸ ਨੂੰ ਹਰਾਮ ਦਾ ਮਾਲ ਮਿਲ ਜੇ ਉਹਦੇ ਲੱਗਣ ਜ਼ਮੀਨ 'ਤੇ ਪੈਰ ਕਿੱਥੇ। ਜਿਹੜਾ ਉਹ ਚੋਰੀ ਚਾਰੀ ਕਰਕੇ ਉੱਧਰ ਉੱਧਰ 4-5 ਕਿਤਾਬਾਂ ਇਕੱਠੀਆਂ ਕੀਤੀਆਂ ਔਰ ਗਿਆਨ ਦੀ ਕਿਤਾਬ ਹੋਰ ਕਰ ਦਿੱਤੀ, ਜਿਹੜੇ ਚੋਰੀ ਦੇ ਮਾਲ ਦਾ ਸਭ ਕੁਝ ਕਰਨ ਵਾਲੇ ਉਹਦੇ ਪੈਰ ਨਹੀਂ ਆ। ਬੜਾ ਖੁਸ਼ ਹੁੰਦਾ, ਕਹਿੰਦਾ ਬਿਨਾਂ ਰਾਹ ਦਾ ਨਹੀਂ ਪਤਾ ਲੱਗਦਾ, ਆਉਂਦਾ ਇਲਮ ਉਸਤਾਦਾਂ ਬਗੈਰ ਕਿੱਥੇ। ਜ਼ਿਆਦਾ ਜਿਸ ਨੂੰ ਹਰਾਮ ਮੁਜਰਮ ਜਿਸ ਨੂੰ ਹਰਾਮ ਦਾ ਮਾਲ ਮਿਲ ਜਾਏ ਉਹਦੇ ਲੱਗਣ ਜ਼ਮੀਨ 'ਤੇ ਪੈਰ, ਉਹ ਸਭ ਤੋਂ ਅੱਗੇ ਹੁੰਦਾ। ਇਸ ਕਰਕੇ ਲੇਕਿਨ ਜਿਹਨਾਂ ਨੇ ਗੁਰੂ ਧਾਰਿਆ ਉਹਨਾਂ ਨੂੰ ਫਿਰ ਗਿਆਨ ਮਿਲਦਾ। ਬਗੈਰ ਗੁਰੂ ਦੇ ਗਤੀ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਤੁਕ ਦਿੱਤੀ, ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਗੁਰ ਦੀਖਿਆ। ਆ ਤੁਹਾਡੇ ਹੱਥਾਂ 'ਚ ਸ਼ਬਦ ਹੈ। ਗਿਆਨ ਦੇ ਨੰਨੇ ਨੂੰ ਔਂਕੜ ਦੇ ਗਏ, ਗਿਆਨ ਨੂੰ ਹਾਈਲਾਈਟ ਕਰ ਗਏ ਵੀ ਇਹ ਬਾਹਰਲਾ ਦੁਨੀਆ ਦਾ ਗਿਆਨ ਨਹੀਂ ਹੈ। ਜਦੋਂ ਗਿਆਨੀ ਜਿਹੜੇ ਗਿਆਨੀ ਬਣੇ ਫਿਰਦੇ ਹੈ, ਇਹ ਗਿਆਨ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਗਿਆਨ। ਇਹ ਬਿਨ ਗੁਰ ਦੀਖਿਆ ਕੈਸੇ ਗਿਆਨ, ਇਹ ਬਿਨ ਗੁਰ ਦੀਖਿਆ। ਕਹਿੰਦੇ ਜਿਸ ਚੀਜ਼ ਨੂੰ ਦੇਖਿਆ ਹੀ ਨਾ ਹੋਵੇ ਤਾਂ ਉਹਦਾ ਧਿਆਨ ਕਿੱਧਰ ਹੋਵੇ। ਇੱਥੇ ਆਣ ਕੇ ਕੁੰਡੀ ਅਖੀਲ ਦੇ ਸ਼ਬਦ 'ਤੇ ਐਸੀ ਸੋਹਣੀ ਖੋਲ੍ਹੀ ਹੈ ਧਿਆਨ ਦੀ। ਕਹਿੰਦੇ ਵੀ ਕੋਈ ਚੀਜ਼ ਸਾਹਮਣੇ ਦਿਸੇ ਤਾਂ ਉਹਦਾ ਧਿਆਨ ਰੱਖੀਏ ਨਾ। ਬਿਨ ਪੇਖੇ ਕਹੋ ਕੈ
सो ध्यान बिन पेखे। देखे क्यों नहीं लिखिया? देखे क्यों नहीं लिखिया? कहते बाहर तू देख भी लेंगे किसी गुरु की देह ਨੂੰ ਸਾਰਾ, ਪਰ ਜਿੰਜ ਕਰ ਅੰਦਰ ਨਹੀਂ ਵੇਖਦਾ ਉਹ ਇਸ ਕਰਕੇ ਤੇਰਾ ਧਿਆਨ ਨਹੀਂ ਲੱਗਣਾ ਉਹ ਚੀਜ਼ ਕਰ ਜਿਹੜੀ ਤੈਨੂੰ ਅੰਦਰ ਦਿਸਦੀ ਆ, ਉਹਨੂੰ ਵੇਖਣਾ ਕਿਸੇ ਆ। ਕਹਿੰਦੇ ਜਿੰਜ ਕਰ ਤੂੰ ਅੰਦਰ ਨਹੀਂ ਵੇਖਦਾ ਤੈਨੂੰ ਤੇਰਾ ਧਿਆਨ ਲੱਗ ਹੀ ਨਹੀਂ ਸਕਦਾ। ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਗੁਰ ਦੀਖਿਆ। ਹੁਣ ਇਹ ਇਹੋ ਜਿਹੀ ਬਾਣੀ ਐਡੇ ਨਾਲ ਐਡਾ ਗਿਆਨ ਦੁਨੀਆ ਦਾ ਪੂਰਨ ਬ੍ਰਹਮ ਗਿਆਨ ਇਹ ਸਿੱਖਾਂ ਨੂੰ ਖੰਡ ਪਾਠ ਕਰਨ ਨਹੀਂ ਦਿੱਤਾ ਸੀ। ਇਹ ਸਿੱਖਾਂ ਨੂੰ ਕੋਈ ਹੋਸ਼ ਕਰਨੀ ਚਾਹੀਦੀ। ਐਡਾ ਵੱਡਾ ਗਿਆਨ ਹੈ ਤਦੇ ਨਹੀਂ ਫੈਲ ਸਕਿਆ ਦੁਨੀਆ 'ਚ। ਜਿਹੜੀ ਪਰਲ ਬਕ ਕਰਗੀ ਨੋਬਲ ਪ੍ਰਾਈਜ਼ ਹੋਲਡਰ ਹੈ, ਉਹਦੀ ਲੜਕੀ ਨਾਲ ਮੇਰੀ ਇੰਟਰਵਿਊ ਇੰਗਲੈਂਡ 'ਚ ਹੋਈ ਸਾਰੀ। ਉਹ ਕਹਿੰਦੀ ਮੇਰੀ ਮਾਂ ਸੱਚ ਕਹਿੰਦੀ ਸੀ। ਜਦੋਂ ਮੈਂ 100 ਸਾਲ ਕੀਰਤਨ ਕੀਤਾ ਉਹ ਲੜਕੀ ਨੇ ਇੰਟਰਵਿਊ ਲਈ, ਉਹਦੀ ਮਾਂ ਕਹਿੰਦੀ ਮੇਰੀ ਮਾਂ ਸੱਚ ਕਹਿੰਦੀ ਸੀ। ਅੱਜ ਤੁਹਾਡੇ ਕੀਰਤਨ ਜਾਂ ਬਾਣੀ ਸੁਣ ਕੇ ਅਤੇ ਉਹ ਬੀਬੀ ਨੂੰ ਮੈਂ ਕਿਹਾ ਤੇਰੀ ਮਾਂ ਕੀ ਕਹਿੰਦੀ ਸੀ? ਕਹਿੰਦੀ ਸੀ ਹੈਡ ਗੁਰੂ ਗ੍ਰੰਥ ਸਾਹਿਬ ਇਨ ਆਵਰ ਹੈਂਡਸ we would have turned the whole world into Christianity ਜਾਂ ਸਿੱਖਿਜ਼ਮ। ਇਹੋ ਜਿਹਾ ਗ੍ਰੰਥ ਸਾਡੇ ਕੋਲ, ਸਾਡੇ ਤੇ ਬਾਈਬਲ ਹੈ, ਕਹਾਣੀਆਂ ਕੁਛ ਹੈ, ਲੇਕਿਨ ਇਹੋ ਜਿਹਾ ਗਿਆਨ ਜਿਹਦਾ ਰੱਬ ਔਰ ਬਿਜਲਾ ਵਿਚੋਲਾ ਔਰ ਸ਼ਬਦ ਦੱਸੇ ਅਭਿਆਸੀ, ਹੋਰ ਕੋਈ ਕਨੈਕਸ਼ਨ ਹੀ ਨਹੀਂ ਸਾਰੀ ਬਾਣੀ 'ਚ, ਕੋਈ ਕਹਾਣੀ ਨਹੀਂ ਹੈ। ਹੈਡ ਗੁਰੂ ਗ੍ਰੰਥ ਸਾਹਿਬ ਇਨ ਆਵਰ ਹੈਂਡਸ we would have turned the whole world into ਸਿੱਖਿਜ਼ਮ। ਇਹਨਾਂ ਨਾਲ ਪਟੋਲਿਆਂ 'ਚ ਬੰਦ ਕਰਕੇ ਐਸੀ ਕਰੋਫੀ ਕੌਮ 'ਤੇ ਆਈ ਹੈ ਜਿਹੜੀ ਕਿ ਤੁਕ ਦੱਸਦੀ ਹੈ ਵੀ ਜਿਨ ਗੁਰ ਗੋਪਿਆ ਆਪਣਾ ਸੇ ਦੁਖੀਏ ਜਗ ਮਾਹੇ। ਬਾਣੀ ਹੈ ਗੋਪਣ ਦਾ ਮਤਲਬ ਹੈ ਜਿਹਨਾਂ ਨੇ ਲੁਕੋ ਕੇ ਰੱਖੇ ਆ, ਦੁਨੀਆ ਤੱਕ ਨਹੀਂ ਪਹੁੰਚਾ ਸਕਦੇ ਗਿਆਨ। ਜਿਨ ਗੁਰ ਗੋਪਿਆ ਕਹਿੰਦੇ ਲੁਕਾਉਣ ਨੂੰ, ਜਿਹਨਾਂ ਨੇ ਲੁਕੋ ਕੇ ਰੱਖੇ ਆ ਗੁਰੂ, ਦੁਨੀਆ ਤੱਕ ਨਹੀਂ ਪਹੁੰਚਣ ਦਿੰਦੇ। ਕਿਸੇ ਕੋਈ ਹੋਰ ਇਹਨੂੰ ਹੱਥ ਨਹੀਂ ਲਾ ਸਕਦਾ, ਕੋਈ ਦਾ ਬਾਕ ਨਹੀਂ ਲੈ ਸਕਦਾ। ਐਸੀਆਂ ਰਿਸਟ੍ਰਿਕਸ਼ਨਾਂ ਇਸ ਗਿਆਨ 'ਤੇ ਲਾਈਆਂ। ਜਿਨ ਗੁਰ ਗੋਪਿਆ ਆਪਣਾ ਸੇ ਦੁਖੀਏ ਜਗ ਮਾਹੇ। ਇਸ ਨੂੰ ਬਾਹਰ ਕੱਢੋ, ਇਸ ਨੂੰ ਥਾਂ ਥਾਂ ਫੈਲਾਓ ਮੈਸੇਜਾਂ ਨੂੰ। ਇਸ ਕਰਕੇ ਗੋਪਣ ਵਾਲੀ ਤੁਕ ਦੇ ਥੱਲੇ ਨਾ ਆ ਜਾਏ। ਇਹਦਾ ਉਲਟਾ ਮਤਲਬ ਕੱਟੜ ਲੋਕ ਹੋਰ ਥਾਂ ਲਾ ਦਿੰਦੇ ਨੇ। ਆਹ ਅਫਸੋਸ ਆ ਰਿਹਾ ਵੀ ਜਿਹੜੀਆਂ ਤੁਕਾਂ ਸਾਫ਼ ਕਰਨੀਆਂ ਸੀ, ਜਿਨ ਗੁਰ ਗੋਪਿਆ ਆਪਣਾ, ਜਿਹਨਾਂ ਲੁਕੋ ਕੇ ਰੱਖੇ ਆ। ਉਸ ਬੀਬੀ ਦਾ ਬਚਨ ਸੁਣ ਕੇ ਮੈਨੂੰ ਇਹ ਤੁਕ ਯਾਦ ਆਈ ਵੀ ਹੈਡ ਗੁਰੂ ਗ੍ਰੰਥ ਸਾਹਿਬ ਇਨ ਆਵਰ ਹੈਂਡਸ ਵੀ ਵੁੱਡ ਹੈਵ ਟਰਨਡ ਦੀ ਹੋਲ ਵਰਲਡ ਇਨਟੂ ਸਿੱਖਿਜ਼ਮ। ਅਸੀਂ ਪੰਜਾਬ ਤੋਂ ਬਾਹਰ ਕੇ ਆਪ ਨਹੀਂ ਸਮਝ ਸਕੇ, ਆਪ ਨਹੀਂ ਨਾ ਗਿਆਨ, ਇਹਨਾਂ ਦਾ ਖੰਡ ਪਾਠ ਕਰੀ ਜਾਂਦੇ ਆ। ਦੇਖੋ ਕੈਸਾ ਵਡਮੁੱਲਾ ਗਿਆਨ ਹੈ। ਇਹ ਬਿਨ ਗੁਰ ਦੀਖਿਆ ਕੈਸੇ ਗਿਆਨ। ਮਹੱਲਾ ਪੰਜਵਾਂ ਜਿਹਨੇ ਐਡਿਟ ਕੀਤਾ ਹੈ, ਜਿਹਨੇ ਸਾਰਾ ਗਿਆਨ ਬੰਨਿਆ। ਦੇਖੋ ਇਸ ਸ਼ਬਦ ਦੇ ਪਿੱਛੇ ਕਿੰਨੇ ਹਿੱਸੇ ਹੈ। 5 ਛੀਕਾ 19 ਨੰਬਰ, ਇਹ ਕਿਉਂ ਹਿੱਸੇ ਹੈ? ਇੰਨੀ ਮਿਹਨਤ ਗੁਰੂਆਂ ਨੇ ਕੀਤੀ ਹੈ ਵੀ ਇਹ ਪੰਜਵਾਂ ਆਪਾਂ 5 ਇਹਦੇ ਪਦੇ ਹੈ, 5 ਸਟੈਂਜ਼ੇ ਇਸ ਦੇ, ਔਰ ਇਹ 6ਵਾਂ ਸ਼ਬਦ ਇਸੇ ਸਟਾਈਲ ਦੇ ਪਿੱਛੇ 5 ਸ਼ਬਦ ਆ ਚੁੱਕੇ ਹੈ। ਇਹ 6ਵਾਂ ਸ਼ਬਦ ਹੈ ਔਰ ਜਿੱਥੋਂ ਇਹ ਰਾਗ ਸ਼ੁਰੂ ਹੁੰਦਾ 19ਵਾਂ ਸ਼ਬਦ ਹੈ। ਗੁਰੂ ਮਹਾਰਾਜ ਕਿੱਦਾਂ ਸਿੱਖਾਂ ਨੂੰ ਬਿਠਾਲ ਕੇ ਕਹਿੰਦੇ ਗਿਣੋ ਭਾਈ ਸ਼ਬਦ। ਰੱਬ ਨਾਲ ਮਿਲਿਆ ਹੋਇਆ ਗੁਰੂ ਟਾਈਮ ਦੇ ਸਕਦਾ ਬਾਣੀ ਨੂੰ, ਪਰ ਸਿੱਖ ਕੋਲ ਟਾਈਮ ਹੈ ਨਹੀਂ। ਸਿੱਖ ਕਹਿੰਦਾ ਮੈਂ ਇਹਨੂੰ ਗਾਉਣੀ ਹੈ ਬਸ, ਹੋਰ ਸਾਰਾ ਕੁਝ ਇਹਦੀ ਵਿਚਾਰ ਜਾਏ ਅਤੇ ਮਿਹਨਤ ਕਰਕੇ ਇਹ ਦੁਨੀਆ ਤੱਕ ਨਹੀਂ ਪਹੁੰਚਾਉਣੀ ਮੈਂ ਬਸ। ਉਹ ਭਾਈ 19 ਲਫ਼ਜ਼ ਲਿਖੇ, 19 ਸ਼ਬਦ ਪਿੱਛੇ ਕਿੱਦਾਂ ਗਿਣਦੇ ਹੋਣੇ, ਕਿੰਨੀ ਪਾਰਟੀ, ਕਿੰਨੀ ਟੀਮ ਤਕੜੀ ਗੁਰੂਆਂ ਨਾਲ ਰੱਖੀ ਹੋਣੀ ਹਰ ਇੱਕ। ਔਰ ਐਸੀ ਐਡੀਟਿੰਗ ਜਿਸ 'ਚ ਕੋਈ ਉਦਾਸੀ ਹੋਰ ਕੋਈ ਮਿਲਾਵਟ ਨਹੀਂ ਕਰ ਸਕੇ ਇਸ ਗਿਆਨ 'ਚ। ਤਾਂ 19ਵਾਂ ਸ਼ਬਦ ਹੈ ਔਰ 6ਵੇਂ ਇਸੇ ਸਟਾਈਲ ਦਾ 5 ਪਿੱਛੇ ਆ ਚੁੱਕੇ ਔਰ ਇਸ ਦੇ 5 ਸਟੈਂਜ਼ੇ ਹੈ, 5 ਪਦੇ ਹੈ। ਔਰ ਅਸੀਂ ਅਖੀਰਲਾ ਪਦਾ ਕਹਿ ਰਹੇ ਹਾਂ ਬਿਨ ਗੁਰ ਦੀਖਿਆ ਕੈਸੇ ਗਿਆਨ। ਬਿਨ ਗੁਰ ਦੀਖਿਆ। ਇਹੋ ਜਿਹੇ ਸ਼ਬਦ ਬਾਹਰ ਕੱਢੋਗੇ, ਪਜਾਓਗੇ ਦੁਨੀਆ ਤੱਕ, ਤਾਂ ਤੁਹਾਡੇ ਖੰਡੇ ਬਾਟੇ ਦੀ ਇੱਕ ਪੌਲ ਲਏਗਾ ਵੀ ਬਿਨ ਗੁਰ ਦੀਖਿਆ ਕੈਸੇ ਗਿਆਨ। ਬਿਨ ਗੁਰ ਦੀਖਿਆ ਬਿਨ ਪੇਖੇ
कहो कैसो ध्यान बिन देखे। कहते तू ध्यान तेरी अवस्था की है? कहते बिन भै कथनी सर्व बिका। कहते तेरे अंदर ते भै है ही नहीं रब दा, और तू कथा एडियां वड्डियां एडा एडा वड्डा तू विचार कर रहा, कथनियाँ कर रहा, सब कुछ नाम तो जपदा नहीं तू, और तैनू बिन भै कथनी सर्व बेकार। कहती सारी जी कथनी है, जिस बंदे का अपना करैक्टर नहीं है, जोड़ा कथा या कोई कीर्तन या कोई दुनिया को विचार दे रहा है, वह कोई असर नहीं पेगा। बिन भै कथनी सर्व बेकार, कहो नानक दर का विचार। आ जी अगली दर साड़ी सारी बाणी च घुट के पल्ले बन लो, बाइबल जी किंगडम ऑफ गॉड लिखे है वही दर है। ये दर दरगाह है, उर्दू का लफ्ज़ है पर्शियन का दरगाह, और हिंदू लफ्ज़ फलासफी तो दरबार चलेगा। दरबार दर, और किंगडम ऑफ गॉड च तू एंटर नहीं हो सकता। तो कहो ये उस ਉਹਦੀ डिसिपलिन है, विचार है उस दरगाह के अंदर, वो बाहर ही नहीं सकता बंदा जोड़ा कि कथा करी जाता, वह अपना चाल चलन नहीं। तो अखीरलियाँ तुकां अगला असी शब्द अगली चौंकी च लाँगे। आओ अखीरला जिथे तोड़ा दिता है शब्द का, उन्हें एक बारी गा लीए। ए बिन गुर दीखिया कैसे ज्ञान, बिन गुर कैसे ज्ञान, बिन गुर दीखिया बिन पेखे, कहो कैसो ध्यान बिन पेखे, कहो कैसो ध्यान बिन गुर दीखिया कैसो ज्ञान। कैसे? बिन भै कथनी। लफ्ज़ देखो, कंब उठदा शरीर भी हैं। बिन भै कथनी सर्व बेकार, कहो नानक दर का विचार। सारी उस दर की डिसिपलिन पिछे कढ़ी आ रहे हैं भी जिहड़े नगोरे बंदे नूं उत्थे ढोई नहीं है, जिहदा गुरु कोई नहीं पिछे उत्थे उहनूं रेरे हुंदी है, उत्थे अंतर नहीं होंदा जांदे। इस करके दीखे की लोड़ असी कढ़ी आ रहे हैं भी गुरु धारन की ये रस्म है बाहर करनी, बाकी सब अंदर चीज़ां वरतनियाँ, पर गुरु वाले बन जाना चाहिए। नगोरे का है नाम बरा, और गुरु केड़ा करना है, सतगुर वाजों गुर नहीं कही। इस करके आओ इसकी असी पहली तुक लैके फिर असी इत्थों गां महाराज इत्थों शुरू करते हैं, ताकि लिंक जुड़िया रहे, और असी अगली शौक पूरा शब्द पढ़ के फिर इसका ज्ञान लांगे। बिन बाजे कैसो नृतकारी, बाजा कोई ढोल बजे ना तो भंगड़ा मारी चलो। बाजा बजदा नहीं है तो नचण वाली नचन डई है। कोई बाजे ये है भी बगैर बाजे तो नच भी नहीं हुंदा। तो इस करके महाराज कहते हैं जिहड़ा तू अभ्यास करना है, नाम जपना है, वो बहुत जरूरी है। नाम बिना बिरथे सब काज, यदि असीं तो अगलियां चकांगे। इस करके बाबे नानक ना आप अपनी कलम तो लिख दिता भी मैं नाम किदां जपिया और मैं दिन रात की काम करदा सी। इक आख आखै शब्द पाखै, अर्ध उरद दिन राते। इक आख आखै शब्द पाखै, अर्ध उरद दिन राते। Why?
ਵਾਹਿਗੁਰੂ